वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी जुड़ चुके हो सवेर दी ऑनलाइन गुरमत क्लास विच, जिस विच आपां खालसे दा इतिहास धन गुरु गोबिंद सिंह जी तो बाद दा इतिहास वाच रहे हैं कि साडा सिख राज किवें बनिया। ਉਹਦੇ ਬਾਰੇ ਆਪਾਂ ਪਿਛਲੇ ਦਿਨਾਂ ਤੋਂ ਕਲਾਸਾਂ ਆਰੰਭ ਕੀਤੀਆਂ ਨੇ ਤੇ ਆਪ ਜੀ ਨੇ ਪਿਛਲੇ ਦਿਨਾਂ ਦੇ ਅੰਦਰ ਇਹ ਸਰਵਣ ਕੀਤਾ ਹੈ ਕਿ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦਾ ਝੰਡਾ ਪੰਜਾਬ ਦੀ ਧਰਤੀ ਤੇ ਲਹਿਰਾਉਂਦੇ ਆ। ਫਿਰ ਉਸ ਤੋਂ ਬਾਅਦ ਕਿਵੇਂ ਸਿੱਖਾਂ ਦੇ ਉੱਤੇ ਵਿਪਤਾਵਾਂ ਆਉਂਦੀਆਂ ਨੇ, ਕਿਵੇਂ ਫਿਰ ਜੰਗ ਯੁੱਧ ਹੁੰਦੇ ਆ। ਤੇ ਆਪ ਜੀ ਨੇ ਫਿਰ ਸਰਵਣ ਕੀਤਾ ਸੀ ਕਿ ਕਿਸ ਪ੍ਰਕਾਰ ਤਾਰਾ ਸਿੰਘ ਜੀ ਮਾਨ ਦੀ ਸ਼ਹਾਦਤ ਹੁੰਦੀ ਹੈ। ਫਿਰ ਖਾਲਸਾ ਲੁੱਟਮਾਰ ਸ਼ੁਰੂ ਕਰਦਾ ਹੈ। ਫਿਰ ਖਾਨ ਬਹਾਦਰ ਜ਼ਕਰੀਆ ਖਾਂ ਜਿਹੜਾ ਹੈ ਉਹ ਸਿੱਖਾਂ ਦੇ ਨਾਲ ਸੁਲ੍ਹਾ ਕਰਦਾ ਹੈ, ਨਵਾਬੀ ਦੀ ਪੇਸ਼ਕਸ਼ ਕਰਦਾ ਹੈ। ਇਹ ਨਵਾਬੀ ਜਿਹੜੀ ਹੈ ਇਹ ਨਵਾਬ ਕਪੂਰ ਸਿੰਘ ਨਾਮ ਦਾ ਨੌਜਵਾਨ ਜਿਹਨੂੰ ਨਵਾਬੀ ਮਿਲੀ, ਜਿਹਦਾ ਨਾਮ ਬਾਅਦ ਵਿੱਚ ਪੰਥ ਨੇ ਨਵਾਬ ਕਪੂਰ ਸਿੰਘ ਰੱਖਿਆ। ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲਦੀ ਹੈ। ਉਹਨਾਂ ਦੇ ਅਧੀਨ ਫਿਰ ਅੱਗੇ ਕਿਵੇਂ ਜੋ ਹਾਲਾਤ ਬਣਦੇ ਆ, ਉਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਕਲਾਸ ਦੇ ਵਿੱਚ ਕਰਨੀ ਹੈ। ਸੋ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ ਸਰਬੱਤ ਸੰਗਤ ਦਾ ਧੰਨਵਾਦ। ਆਓ ਆਪਾਂ ਇਸ ਪਾਵਨ ਕਲਾਸ ਦੀ ਆਰੰਭਤਾ ਕਰੀਏ। ਆਰੰਭਤਾ ਤੋਂ ਪਹਿਲਾਂ ਗੁਰਬਖਸ਼ੀ ਅਸੀਸ ਫਤਿਹ ਨਾਲ ਸਾਂਝ ਪਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਹੈ। ਉਹਨਾਂ ਨੇ ਖਾਲਸੇ ਅੱਗੇ ਬੇਨਤੀ ਕੀਤੀ ਹੈ ਕਿ ਮੇਰੇ ਕੋਲੋਂ ਪੱਖਾ ਝੱਲਣ ਦੀ ਸੇਵਾ ਤੇ ਘੋੜਿਆਂ ਦੀ ਲਿੱਦ ਦੀ ਸੇਵਾ ਜਿਹੜੀ ਹੈ ਉਹ ਨਾ ਖੋਈ ਜਾਵੇ। ਉਸ ਤੋਂ ਬਾਅਦ ਖਾਲਸੇ ਦੇ ਕੋਲ ਜਿਹੜਾ ਹੈ 3 ਪ੍ਰਕਾਰ ਦਾ ਧਨ ਆਉਣ ਲੱਗ ਪਿਆ ਸੀ। ਪਹਿਲਾ, ਗੁਰੂ ਕੀ ਗੋਲਕ ਦੇ ਵਿੱਚ ਜੋ ਆਮ ਸਿੱਖ ਘਰਾਂ ਦੇ ਵਿੱਚ ਕਾਰੋਬਾਰ ਕਰਨ ਵਾਲੇ ਸਿੱਖ ਕਿਰਤੀ ਸਿੱਖ ਸਨ, ਉਹਨਾਂ ਦੀ ਕਮਾਈ। ਦੂਸਰੀ ਆਮਦਨ ਜਿਹੜੀ ਸੀ ਖਾਲਸੇ ਨੂੰ ਹੋਣ ਲੱਗ ਪਈ, ਜਿਹੜੇ 25 ਜਗੀਰਾਂ ਲੱਗੀਆਂ ਸਨ ਅੰਮ੍ਰਿਤਸਰ ਦੀ ਧਰਤੀ ਦੇ ਨਾਮ, ਜੋ ਨਵਾਬੀ ਦਾ ਕਰਕੇ ਜਿਹਦਾ ਸਾਰਾ ਕਰ ਜਿਹੜਾ ਸੀ ਉਹ ਨਵਾਬ ਕਪੂਰ ਸਿੰਘ ਨੂੰ ਆਉਂਦਾ ਸੀ। ਇੱਕ ਉਹ ਤੇ ਇੱਕ ਹੋਰ ਜਿਹੜੇ ਉਸ ਸਮੇਂ ਦੇ ਸਰਦਾਰ ਸਨ ਉਹ ਸਿੱਖਾਂ ਨੂੰ ਮਾਇਆ ਭੇਜਦੇ ਸਨ। 3 ਪ੍ਰਕਾਰ ਦੀ ਜਿਹੜੀ ਸੀ ਮਾਇਆ ਉਹ ਆਉਣ ਲੱਗ ਪਈ ਤੇ ਤਿੰਨਾਂ ਹੀ ਜਥਿਆਂ ਦੇ ਵਿੱਚ ਸਾਰਾ ਪ੍ਰਬੰਧ ਜਿਹੜਾ ਵੰਡ ਦਿੱਤਾ ਗਿਆ। ਤੇ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੇ ਗ੍ਰੰਥੀ ਥਾਪੇ ਗਏ। ਦਰਬਾਰਾ ਸਿੰਘ ਜੀ ਦੀਵਾਨ ਜੋ ਸਮੇਂ ਦੇ ਜਥੇਦਾਰ ਕਹਿ ਲਓ। ਨਵਾਬ ਕਪੂਰ ਸਿੰਘ ਜੀ ਨਿਸ਼ਾਨ ਬਰਦਾਰ ਭਾਵ ਜਿਹੜੇ ਰਾਜਨੀਤਿਕ ਆਗੂ ਬਣਾ ਦਿੱਤੇ। ਗੁਰਬਖਸ਼ ਸਿੰਘ ਜੀ ਦੇ ਕੋਲ ਤੋਪਾਂ ਜੰਬੂਰੇ ਸ਼ਸਤਰ ਆਦਿਕ ਦਾ ਪ੍ਰਬੰਧ ਆ ਗਿਆ। ਹਰੀ ਸਿੰਘ ਦੇ ਕੋਲ ਲੰਗਰ ਦੀ ਜਥੇਦਾਰੀ ਆ ਗਈ। ਜੱਸਾ ਸਿੰਘ ਆਹਲੂਵਾਲੀਆ ਦੇ ਕੋਲ ਘੋੜਿਆਂ ਨੂੰ ਦਾਣਾ ਪਾਉਣ ਦੀ ਵਰਤਾਵੇ ਦਾ ਕੰਮ ਜਿਹੜਾ ਇਹਨਾਂ ਦੇ ਕੋਲ ਆ ਗਿਆ। ਤੇ ਦੀਵਾਨ ਤੇ ਨਵਾਬ ਦੇ ਸਲਾਹਕਾਰ ਬਣੇ ਸਨ ਹਰੀ ਸਿੰਘ, ਦੀਪ ਸਿੰਘ, ਬਾਬਾ ਦੀਪ ਸਿੰਘ ਜੀ, ਜੱਸਾ ਸਿੰਘ ਰਾਮਗੜੀਆ, ਕਰਮ ਸਿੰਘ ਖੱਤਰੀ, ਬੁੱਢਾ ਸਿੰਘ ਸ਼ੁਕਰ ਚੱਕੀਆ, ਭੂਮਾ ਸਿੰਘ, ਗਰਜਾ ਸਿੰਘ ਆਦਿ। ਇਹ ਪ੍ਰਬੰਧ ਸਾਲ ਤੱਕ ਵਧੀਆ ਚੱਲਦਾ ਰਿਹਾ। ਸਿੰਘਾਂ ਨੇ ਮੁਲਕ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਗੜਬੜ ਨਹੀਂ ਕੀਤੀ। ਫਿਰ ਉਸ ਤੋਂ ਬਾਅਦ ਅਗਲੇ ਸਾਲ 1734 ਈਸਵੀ ਦੇ ਵਿੱਚ ਦੀਵਾਨ ਦਰਬਾਰਾ ਸਿੰਘ ਦਾ ਸੁਰਗਵਾਸ ਹੋ ਗਿਆ। ਜਦੋਂ ਉਹਨਾਂ ਦਾ ਦੇਹਾਂਤ ਹੁੰਦਾ ਹੈ ਦਰਬਾਰਾ ਸਿੰਘ ਦਾ, ਫਿਰ ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਨੂੰ ਪੰਥ ਦਾ ਜਥੇਦਾਰ ਥਾਪ ਦਿੱਤਾ ਜਾਂਦਾ ਹੈ। ਤੇ ਇਸ ਤੋਂ ਪਹਿਲਾਂ ਸਾਰੇ ਹੀ ਸਿੱਖ ਜਿਹੜੇ ਸਨ ਉਹ ਦਰਬਾਰਾ ਸਿੰਘ ਨੂੰ ਪੰਥ ਦਾ ਜਥੇਦਾਰ ਮੰਨਦੇ ਸੀ। ਤੇ ਫਿਰ ਉਸ ਤੋਂ ਬਾਅਦ ਜਥੇਦਾਰੀ ਜਿਹੜੀ ਹੈ ਨਵਾਬ ਕਪੂਰ ਸਿੰਘ ਦੇ ਅਧੀਨ ਹੋ ਜਾਂਦੀ ਹੈ, ਜਥੇਦਾਰ ਮੰਨ ਲਿਆ ਜਾਂਦਾ। ਇਸੇ ਸਮੇਂ ਦੇ ਦੌਰਾਨ ਬਹੁਤ ਜ਼ਿਆਦਾ ਖਾਲਸਾ ਇਕੱਠਾ ਹੋ ਗਿਆ, ਭਾਵ ਕਿਉਂਕਿ ਹੁਣ ਕਿਸੇ ਪ੍ਰਕਾਰ ਦਾ ਕੋਈ ਜੰਗ ਯੁੱਧ ਨਹੀਂ ਸੀ ਹੁੰਦਾ। ਇਸੇ ਸਮੇਂ ਦੇ ਦੌਰਾਨ ਕਈ ਨਵੇਂ ਰੰਗ ਰੂਟ ਨਵੇਂ ਸਿੱਖ ਜਿਹੜੇ ਉਹ ਜਥੇ 'ਚ ਸ਼ਾਮਲ ਹੋਣੇ ਸ਼ੁਰੂ ਹੋ ਗਏ ਤੇ ਬੜੀ ਚੋਖੀ ਗਿਣਤੀ ਜਿਹੜੀ ਉਹ ਸਿੱਖਾਂ ਦੀ ਬਾਕੀ। ਰਤਨ ਸਿੰਘ ਭੰਗੂ ਜੀ ਦੇ ਅਨੁਸਾਰ ਬਹੁਤ
ਖਾਲਸਾ ਜਿਹੜਾ ਸੀ ਉਸ ਸਮੇਂ ਪ੍ਰਫੁੱਲਤ ਹੋਇਆ, ਸਿੱਖੀ ਬਹੁਤ ਪ੍ਰਚਲਿਤ ਹੋਈ। ਜਿਹੜੇ ਸਿੱਖ ਸਾਨੂੰ ਪਿੰਡਾਂ ਵਿੱਚ ਜਾ ਜਾ ਕੇ ਹੋਕਾ ਦਿਆ ਕਰਦੇ ਕਿ ਭਾਈ ਆਓ, ਜਿਹਨੇ ਸਿੱਖ ਬਣਨਾ ਹੈ ਤਿਆਰ ਬਰ ਤਿਆਰ, ਅੰਮ੍ਰਿਤ ਛਕੋ ਖਾਲਸੇ ਬਣੋ। ਇਸੇ ਪ੍ਰਕਾਰ ਬਹੁਤ ਜ਼ਿਆਦਾ ਖਾਲਸਾ ਜਿਹੜਾ ਸੀ ਉਹ ਤਿਆਰ ਹੋ ਗਿਆ। ਕਈ ਨਵੇਂ ਨੌਜਵਾਨ ਭਰਤੀ ਹੋਣ ਲੱਗੇ ਤੇ ਖਾਲਸੇ ਦੇ ਜਿਹੜੀ ਸੀ ਸੈਨਾ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਫਿਰ ਉਸ ਤੋਂ ਬਾਅਦ ਪ੍ਰਬੰਧ ਚਲਾਉਣ ਦੇ ਵਿੱਚ ਬਹੁਤੀ ਔਖਿਆਈ ਆਉਣ ਲੱਗ ਪਈ, ਕਿਉਂਕਿ ਇੱਕੋ ਵਾਰੀ ਸਾਰਿਆਂ ਨੂੰ ਜਿਹੜਾ ਸੀ ਰਾਸ਼ਨ ਵੰਡਣਾ, ਫਿਰ ਸਾਰਿਆਂ ਨੂੰ ਜਿਹੜੇ ਸੀ ਵਸਤਰ ਆਦਿਕ ਦੇਣੇ, ਸਾਰਿਆਂ ਦੇ ਘੋੜਿਆਂ ਦਾ ਖਰਚਾ, ਇਹ ਸਾਰਾ ਵੰਡੋ ਵੰਡਈਆ ਜਿਹੜਾ ਸੀ ਬਹੁਤ ਔਖਾ ਹੋ ਗਿਆ, ਕਿਉਂਕਿ ਖਾਲਸਾ ਜ਼ਿਆਦਾ ਵੱਧ ਗਿਆ ਸੀ। ਇਸ ਕਰਕੇ ਪੰਥ ਦੇ ਵਿੱਚ ਬਹੁਤ ਵਾਧਾ ਹੋਇਆ ਸੀ। ਫਿਰ ਉਸ ਤੋਂ ਬਾਅਦ ਇੱਕ ਦਿਨ ਨਵਾਬ ਕਪੂਰ ਸਿੰਘ ਨੇ ਸਾਰਿਆਂ ਨੂੰ ਇੱਕ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਠਾ ਕੀਤਾ ਗੁਰਮਤਾ ਕਰਨ ਦੇ ਵਾਸਤੇ। ਸਾਰਿਆਂ ਨੂੰ ਇਕੱਠਾ ਕਰ ਲਿਆ ਹੈ ਨਵਾਬ ਕਪੂਰ ਸਿੰਘ ਨੇ, ਤੇ ਸਾਰਿਆਂ ਨੂੰ ਇਕੱਠਾ ਕਰਕੇ ਫਿਰ ਨਵਾਬ ਕਪੂਰ ਸਿੰਘ ਨੇ ਫੈਸਲਾ ਸੁਣਾਇਆ ਹੈ ਕਿ ਭਾਈ ਹੁਣ ਆਪਾਂ ਜਿਹੜਾ ਹੈ ਖਾਲਸਾ ਬਹੁਤ ਵੱਧ ਗਿਆ ਹੈ ਤੇ ਕਾਫੀ ਸਿੰਘਾਂ ਦੀ ਨਵੇਂ ਭੁਜੰਗੀ ਵੀ ਪੰਥ ਦੇ ਵਿੱਚ ਸ਼ਾਮਲ ਹੋਏ ਆ, ਤੇ ਹੁਣ ਆਪਾਂ ਇੰਜ ਕਰੀਏ ਕਿ ਖਾਲਸੇ ਨੂੰ ਵੰਡ ਦਈਏ ਵੱਖ-ਵੱਖ ਜਥਿਆਂ ਦੇ ਵਿੱਚ। ਦੋ ਜਥੇ ਨਵਾਬ ਕਪੂਰ ਸਿੰਘ ਨੇ ਬਣਾਏ, ਇੱਕ ਸੀ ਬੁੱਢਾ ਦਲ ਤੇ ਦੂਸਰਾ ਸੀ ਤਰਨਾ ਦਲ। ਬੁੱਢਾ ਦਲ ਜਿਹੜਾ ਸੀ ਉਹਦੀ ਡਿਊਟੀ ਲਾਈ ਗਈ ਕਿ ਬੁੱਢਾ ਦਲ ਜਿਹੜਾ ਹੈ ਉਹ ਗੁਰਦੁਆਰਿਆਂ ਦੀ ਸਾਂਭ ਸੰਭਾਲ, ਸੇਵਾ ਆਦਿਕ ਇਹ ਸਾਰੇ ਕਾਰਜ ਬੁੱਢਾ ਦਲ ਕਰੇਗਾ। ਤੇ ਜਿਹੜਾ ਤਰਨਾ ਦਲ ਸੀ, ਤਰਨਾ ਦਾ ਅਰਥ ਹੁੰਦਾ ਹੈ ਜਵਾਨ, ਜਵਾਨ ਜਿਹੜੇ ਸਨ ਉਹ ਤਰਨਾ ਦਲ ਦੇ ਵਿੱਚ ਆ ਗਏ। ਜਿਨ੍ਹਾਂ ਸਿੱਖਾਂ ਦੀ ਉਮਰ ਉਸ ਸਮੇਂ ਕਹਿੰਦੇ ਕਿ 35 ਸਾਲ ਤੋਂ ਉੱਪਰ ਸੀ, 35-40 ਸਾਲ ਤੋਂ, ਉਹ ਬੁੱਢੇ ਦਲ 'ਚ ਰੱਖੇ ਗਏ, ਤੇ ਜਿਹੜੇ 35 ਸਾਲ ਤੋਂ ਘੱਟ ਵਾਲੇ ਸਨ ਉਹਨਾਂ ਨੂੰ ਤਰਨਾ ਦਲ ਦੇ ਵਿੱਚ ਰੱਖਿਆ ਗਿਆ। ਹੁਣ ਬੁੱਢੇ ਦਲ ਦਾ ਜਿਹੜਾ ਸੀ ਸਾਧ ਸੰਗਤ ਉਹ ਹੁਣ ਬਜ਼ੁਰਗ ਘੱਟ ਸਨ, ਇਸ ਕਰਕੇ ਬੁੱਢਾ ਦਲ ਤੇ ਇੱਕ ਹੀ ਜਥੇ ਦੇ ਵਿੱਚ ਆ ਗਿਆ, ਪਰ ਤਰਨਾ ਦਲ ਜਵਾਨ ਨੌਜਵਾਨ ਜਿਹੜੇ ਸਨ ਬਹੁਤ ਸਨ। ਫਿਰ ਇਸ ਨੌਜਵਾਨਾਂ ਨੂੰ 5 ਜਥਿਆਂ ਦੇ ਵਿੱਚ ਅੱਗੇ ਵੰਡ ਦਿੱਤਾ ਗਿਆ। ਤਰਨਾ ਦਲ ਦੇ 5 ਜਥੇ ਬਣਾ ਦਿੱਤੇ। ਉਹ 5 ਜਥੇ ਜਿਹੜੇ ਸਨ ਉਹਨਾਂ ਨੂੰ ਝੰਡਾ ਤੇ ਨਗਾਰਾ ਆਦਿਕ ਉਹਨਾਂ ਦਾ ਆਪਣਾ ਵੱਖਰਾ ਬਣਾ ਦਿੱਤਾ ਗਿਆ, ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਜਿਹੜਾ ਹੈ ਪ੍ਰਬੰਧ ਚਲਾਓ। ਉਹ 5 ਜਥੇ ਕਿਹੜੇ ਸਨ? ਪਹਿਲਾ ਜਥਾ ਸੀ ਸ਼ਹੀਦੀ ਜਥਾ, ਜਿਹਨੂੰ ਕਿਹਾ ਜਾਂਦਾ ਸੀ। ਇਹਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਸੌਂਪਿਆ ਗਿਆ। ਜਥੇਦਾਰ ਬਾਬਾ ਦੀਪ ਸਿੰਘ ਜੀ, ਉਹਨਾਂ ਦੇ ਨਾਲ ਜਥੇਦਾਰ ਬਾਬਾ ਨੱਥਾ ਸਿੰਘ ਤੇ ਸਰਦਾਰ ਗੁਰਬਖਸ਼ ਸਿੰਘ ਜਿਹੜੇ ਪ੍ਰਸਿੱਧ ਇਹਦੇ ਪ੍ਰਧਾਨ ਸਨ, ਉਹਨਾਂ ਦੇ ਹੱਥ ਪਹਿਲਾ ਨਿਸ਼ਾਨ ਸਾਹਿਬ ਆਪਣੇ ਹੱਥੀਂ ਜਿਹੜਾ ਹੈ ਉਹ ਨਵਾਬ ਕਪੂਰ ਸਿੰਘ ਜੀ ਨੇ ਫੜਾਇਆ। ਦੀਪ ਸਿੰਘ ਜੀ ਹੁਣਾਂ ਨੂੰ, ਬਾਬਾ ਦੀਪ ਸਿੰਘ ਜੀ ਹੁਣਾਂ ਨੂੰ ਇਹ ਦਿੱਤਾ ਗਿਆ। ਤੇ ਦੂਸਰਾ ਜਥਾ ਜਿਹੜਾ ਸੀ ਉਹ ਅੰਮ੍ਰਿਤਸਰੀਏ ਸਰਦਾਰਾਂ ਨੂੰ ਦਿੱਤਾ ਗਿਆ। ਅੰਮ੍ਰਿਤਸਰੀਆ ਜਥਾ ਦਾ ਨਾਮ ਦਿੱਤਾ ਗਿਆ। ਇਹਦਾ ਜਥੇਦਾਰ ਸਰਦਾਰ ਕਰਮ ਸਿੰਘ ਤੇ ਧਰਮ ਸਿੰਘ ਖੱਤਰੀ ਸਨ। ਇਹਨਾਂ ਨੂੰ ਇਹ ਦੂਸਰਾ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਨਵਾਬ ਕਪੂਰ ਸਿੰਘ ਨੇ ਫੜਾਇਆ। ਫਿਰ ਤੀਸਰੇ ਨੰਬਰ ਦੇ ਉੱਤੇ ਇਹ ਜਥਾ ਜਿਹੜਾ ਹੈ ਉਹ ਸਾਧ ਸੰਗਤ ਭੱਲੇ 63 ਕੁੱਲ ਦੇ ਜਿਹੜੇ ਸਨ ਭੱਲੇ, ਉਹਨਾਂ ਨੂੰ ਫੜਾਇਆ ਗਿਆ। ਇਹਨਾਂ ਦਾ ਜਥੇਦਾਰ ਬਾਬਾ ਕਾਹਨ ਸਿੰਘ ਬਣੇ। ਤੇ ਜਥੇ ਦਾ ਪ੍ਰਸਿੱਧ ਜਿਹੜਾ ਸੀ ਉਹ ਮੀਰੀ ਸਿੰਘ ਤਿੰਨ ਤੇ ਹਰੀ ਸਿੰਘ ਢਿੱਲੋਂ ਤੇ ਬਾਗ ਸਿੰਘ ਹਾਲੋਵਾਲੀਆ ਕਲਾਲ ਸਨ। ਇਸ ਜਥੇ ਦੇ ਜਥੇਦਾਰ ਅੱਗੇ ਜਾ ਕੇ ਬਣੇ। ਕਾਹਨ ਸਿੰਘ ਦੇ ਹੱਥ 63 ਜਥਾ ਜਿਹੜਾ ਸੀ ਉਹਨੂੰ ਨਿਸ਼ਾਨ ਸਾਹਿਬ ਫੜਾਇਆ ਗਿਆ। ਚੌਥਾ ਜਥਾ ਜਿਹੜਾ ਸੀ ਉਹ ਡੱਲੇਵਾਲੀਆ ਸੀ। ਇਹਦੇ ਜਥੇਦਾਰ ਬਣਾਏ ਗਏ ਸਰਦਾਰ ਦਸੌਂਧਾ ਸਿੰਘ ਤੇ ਦਸੌਂਧਾ ਸਿੰਘ ਗਿੱਲ ਜੱਟ। ਇਹਨਾਂ ਦੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਫੜਾਇਆ ਗਿਆ। ਇਹ ਪਿੰਡ ਕੋਟ ਬੁੱਢੇ ਦੇ ਰਹਿਣ ਵਾਲੇ ਸਨ। ਇਹਨਾਂ ਨੂੰ ਚੌਥਾ ਨਿਸ਼ਾਨ ਸਾਹਿਬ ਫੜਾਇਆ ਗਿਆ। ਪੰਜਵਾਂ ਨਿਸ਼ਾਨ ਸਾਹਿਬ ਰੰਗਰੇਟੇ ਸਿੰਘਾਂ ਨੂੰ ਦਿੱਤਾ ਗਿਆ। ਰੰਗਰੇਟੇ ਸਿੰਘਾਂ ਦਾ ਜਥਾ ਸੀ, ਇਹਨਾਂ ਦਾ ਜਥੇਦਾਰ ਬਾਬਾ ਵੀਰ ਸਿੰਘ ਨੂੰ ਬਣਾਇਆ ਗਿਆ। ਤੇ ਜਿਉਣ ਸਿੰਘ, ਮਦਨ ਸਿੰਘ, ਅਮਰ ਸਿੰਘ ਇਸ ਜਥੇ ਦੇ ਨਾਮੀ ਜਥੇਦਾਰ ਸਨ। ਇਹਨਾਂ ਨੂੰ ਫਿਰ ਜਥਿਆਂ ਦੇ ਵਿੱਚ ਵੰਡ ਕੇ ਨਿਸ਼ਾਨ ਸਾਹਿਬ ਫੜਾ ਕੇ ਆਪਣਾ ਆਪਣਾ ਨਗਾਰਾ ਦੇ ਕੇ ਤੇ ਅੱਡ ਅੱਡ ਡੇਰਾ ਕਰਨ ਦਾ ਇਹਨਾਂ ਨੂੰ ਨਵਾਬ ਕਪੂਰ ਸਿੰਘ ਨੇ ਹੁਕਮ ਦਿੱਤਾ ਕਿ ਭਾਈ ਤੁਸੀਂ ਹੁਣ ਵੱਖਰਾ ਵੱਖਰੇ ਹੋ ਜਾਓ, ਤੇ ਜਿਸ ਵੀ ਸਿੰਘ ਦਾ ਦਿਲ ਕਰਦਾ ਹੈ ਜਿਸ ਜਥੇ ਦੇ ਵਿੱਚ ਮਿਲਣ ਨੂੰ ਉਹ ਉਸੇ ਹੀ ਜਥੇ ਵਿੱਚ ਰਲ ਜਾਵੇ। ਜਾ ਕੇ ਜਿਸ ਸਰਦਾਰ ਦੇ ਨਾਲ ਉਹਦਾ ਦਿਲ ਮਿਲਦਾ ਹੈ ਉਹ ਉਸੇ ਹੀ ਜਥੇ ਦੇ ਵਿੱਚ ਰਹਿਣਾ ਕਰੇ। ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਰੋਕ ਟੋਕ ਨਹੀਂ ਹੈ। ਜੇ ਕੋਈ ਸਿੰਘ
ਸ਼ਹੀਦੀ ਮਿਸਲ ਦੇ ਵਿੱਚ ਸ਼ਹੀਦ ਜਥੇ ਦੇ ਸ਼ਹੀਦੀ ਜਥੇ 'ਚ ਰਹਿਣਾ ਚਾਹੁੰਦਾ ਹੈ ਤੇ ਉਹਦੇ 'ਚ ਰਹਿ ਸਕਦਾ ਹੈ। ਜੇ ਕੋਈ ਸਿੰਘ ਤਰਨਾ 'ਚ ਰਹਿਣਾ ਚਾਹੁੰਦਾ, ਵਾਹਿਗੁਰੂ, ਜੇ ਕੋਈ ਸਿੰਘ ਤਰੇੜਾਂ 'ਚ ਰਹਿਣਾ ਚਾਹੁੰਦਾ ਹੈ ਉਹਦੇ 'ਚ ਚਲਾ ਜਾਵੇ, ਤੇ ਜੇ ਦਸੌਂਧਾਂ 'ਚ ਰਹਿਣਾ ਚਾਹਣਗੇ, ਰੰਗਰੇਟਿਆਂ 'ਚ ਰਹਿਣਾ ਚਾਹੁੰਦਾ, ਉਹਦੀ ਮਰਜ਼ੀ ਹੈ। ਜਿੱਥੇ ਮਰਜ਼ੀ ਜਾ ਸਕਦਾ ਕੋਈ ਵੀ ਸਿੰਘ। ਵੱਖ-ਵੱਖ ਜਥਿਆਂ 'ਚ ਵੰਡ ਦਿੱਤੇ ਗਏ, 5 ਜਥੇ ਤਰਨਾ ਦਲ ਦੇ ਬਣਾ ਦਿੱਤੇ ਗਏ ਤੇ ਇਹਨਾਂ 5 ਜਥਿਆਂ ਦਾ ਟਿਕਾਣਾ ਕੀਤਾ ਰਾਮਸਰ, ਸੰਤੋਖਸਰ, ਵਿਵੇਕਸਰ ਆਦਿਕ ਥਾਵਾਂ ਤੇ ਇਹਨਾਂ ਦੇ ਡੇਰੇ ਬਣਾ ਦਿੱਤੇ ਗਏ। ਪਿੱਛੇ ਅਕਾਲ ਬੁੰਗੇ ਦੇ ਭਾਵ ਅਕਾਲ ਤਖਤ ਸਾਹਿਬ ਦੇ ਉੱਤੇ ਸਿਰਫ ਬੁੱਢਾ ਦਲ ਰਹਿ ਗਿਆ ਤੇ ਬੁੱਢੇ ਦਲ ਦੇ ਜਥੇਦਾਰ ਬਣੇ ਨਵਾਬ ਕਪੂਰ ਸਿੰਘ। ਇਸ ਜਥੇ ਦੇ ਵਿੱਚ ਨਾਮਵਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਉਹ ਥਰਾਜ ਤੇ ਥਰਾਜ ਸਿੰਘ ਜਿਹੜੇ ਸਾਧ ਸੰਗਤ ਸਨ, ਉਹਨਾਂ ਨੂੰ ਇਸ ਜਥੇ ਦੇ ਵਿੱਚ ਸ਼ਾਮਲ ਕੀਤਾ ਗਿਆ ਬੁੱਢੇ ਦਲ ਦੇ ਵਿੱਚ। ਤੇ ਸਿੰਘਾਂ ਦੀ ਗਿਣਤੀ ਫਿਰ ਉਸ ਸਮੇਂ ਬਹੁਤ ਵੱਧ ਗਈ ਸੀ। ਇਸ ਕਰਕੇ ਜਿਹੜੀ ਜਾਗੀਰ ਆਉਂਦੀ ਸੀ, ਜੋ ਆਮਦਨ ਆਉਂਦੀ ਸੀ, ਉਹਦੇ ਨਾਲ ਖਰਚਾ ਪੂਰਾ ਨਹੀਂ ਸੀ ਹੁੰਦਾ ਸਾਰਿਆਂ ਦਲਾਂ ਦਾ। ਭਾਵੇਂ ਕਿ ਸਾਰਿਆਂ ਦਲਾਂ ਨੂੰ ਵੰਡ ਕੇ ਉਹਨਾਂ ਨੂੰ ਸਾਰਾ ਕੁਝ ਦੇ ਦਿੱਤਾ ਜਾਂਦਾ ਸੀ, ਪਰ ਫਿਰ ਵੀ ਸਾਧ ਸੰਗਤ ਜਿਹੜੇ ਸਿੰਘ ਸਨ ਗਿਣਤੀ ਦੇ ਵਿੱਚ ਵਧੇਰੇ ਹੋਣ ਕਰਕੇ ਤੇ ਸਿੱਖਾਂ ਦਾ ਖਰਚਾ ਪਾਣੀ ਨਹੀਂ ਸੀ ਚੱਲ ਰਿਹਾ। ਇਸ ਕਰਕੇ ਤਰਨਾ ਦਲ ਦੇ ਵਿੱਚੋਂ ਕੁਝ ਸਿੰਘ ਜਿਹੜੇ ਸਨ ਉਹ ਇੱਥੋਂ ਚੱਲ ਕੇ ਹਾਂਸੀ ਹਿਸਾਰ ਵਾਲੇ ਪਾਸੇ ਨੂੰ ਚਾਲੇ ਮਾਰ ਗਏ ਕਿ ਉਧਰਲੇ ਪਾਸੇ ਜਾ ਕੇ ਅਸੀਂ ਆਪਣਾ ਟਿਕਾਣਾ ਕਰਾਂਗੇ ਤੇ ਉੱਥੋਂ ਜਿਹੜਾ ਹੈ ਆਪਣਾ ਜਲ ਪਾਣੀ ਦਾ ਪ੍ਰਬੰਧ ਉੱਥੋਂ ਕਰਾਂਗੇ। ਕੁਝ ਸਿੰਘ ਜਿਹੜੇ ਸੀ ਤਰਨਾ ਦਲ ਦੇ ਹਾਂਸੀ ਵੱਲ ਨੂੰ, ਹਿਸਾਰ ਵੱਲ ਨੂੰ ਚੱਲ ਪਏ। ਪਿੱਛੇ ਅੰਮ੍ਰਿਤਸਰ ਦੇ ਵਿੱਚ ਕੇਵਲ ਬੁੱਢਾ ਦਲ ਰਹਿ ਗਿਆ ਤੇ ਜਥੇ ਦਾ ਜਿਹੜਾ ਸੀ ਜੋ ਬੁੱਢਾ ਦਲ ਤੇ ਸੂਬੇਦਾਰ ਲਾਹੌਰ ਜਿਹੜਾ ਸੀ ਜ਼ਕਰੀਆ ਖਾਂ, ਉਹਨੇ ਸੋਚਿਆ ਕਿ ਸਿੰਘਾਂ ਦੀ ਤਾਕਤ ਤੋਂ ਨਿਖਿਲਰ ਗਈ ਆ, ਹੁਣ ਸਿੰਘ ਥੋੜੇ ਰਹਿ ਗਏ ਆ। ਤੇ ਫਿਰ 1735 ਦੇ ਵਿੱਚ ਜਿਹੜੀ ਜਾਗੀਰ ਦਿੱਤੀ ਸੀ, ਜਿਹੜੀ ਨਵਾਬੀ ਦਿੱਤੀ ਸੀ, ਉਹ ਜ਼ਬਤ ਕਰ ਲਈ ਗਈ ਤੇ ਉਹ ਸਾਰਾ ਕੁਝ ਜ਼ਬਤ ਕਰਕੇ ਨਵਾਬ ਕਪੂਰ ਸਿੰਘ ਨੂੰ ਕਿਹਾ ਗਿਆ ਕਿ ਤੁਸੀਂ ਜਥੇ ਦੇ ਸਮੇਤ ਸਰਕਾਰੀ ਨੌਕਰੀ ਕਰ ਲਓ ਤੇ ਸਿੰਘਾਂ ਨੇ ਇਹ ਸ਼ਰਤ ਪ੍ਰਵਾਨ ਨਾ ਕੀਤੀ। ਨਵਾਬ ਕਪੂਰ ਸਿੰਘ ਕਹਿੰਦੇ ਅਸੀਂ ਕਿਸੇ ਪ੍ਰਕਾਰ ਦੀ ਕੋਈ ਸਰਕਾਰੀ ਨੌਕਰੀ ਨਹੀਂ ਕਰਾਂਗੇ ਤੇ ਸਾਡਾ ਹੱਕ ਬਣਦਾ ਹੈ ਜਾਗੀਰ ਸਾਨੂੰ ਦਿੱਤੀ ਜਾਵੇ, ਜੇ ਨਹੀਂ ਦਓਗੇ ਤੇ ਫਿਰ ਤੁਸੀਂ ਆਪਣਾ ਵੇਲਾ ਸਾਂਭ ਲਿਓ। ਤੇ ਫਿਰ ਸਾਧ ਸੰਗਤ ਜਦੋਂ ਜਾਗੀਰ ਜ਼ਬਤ ਕਰ ਲਈ, ਹੁਣ ਜਿਹੜੇ ਪੈਸਿਆਂ ਤੇ ਲਾਉਂਦਾ ਸੀ 25 ਪਿੰਡਾਂ ਦੇ ਵਿੱਚੋਂ ਘਰ ਇਕੱਠਾ ਹੋ ਕਰਕੇ ਉਹ ਨਹੀਂ ਆਉਂਦਾ ਸੀ। ਫਿਰ ਖਰਚੇ ਦਾ ਸਵਾਲ ਸਾਹਮਣੇ ਆ ਗਿਆ ਬੁੱਢੇ ਦਲ ਦੇ ਕਿ ਖਰਚਾ ਕਿਵੇਂ ਕੀਤਾ ਜਾਵੇ। ਫਿਰ ਹਰਮੰਦਰ ਸਾਹਿਬ ਤੋਂ ਜਿਹੜਾ ਚੜਾਵਾ ਆਉਂਦਾ ਸੀ ਉਹਦੇ ਵਿੱਚੋਂ ਖਰਚਾ ਹੁੰਦਾ ਸੀ ਥੋੜਾ ਬਹੁਤਾ, ਪਰ ਜਿਹੜੇ ਫੌਜੀ ਸਿੰਘ ਸਨ ਤਿਆਰ ਬਰ ਤਿਆਰ ਨਿਹੰਗ ਸਿੰਘ, ਉਹ ਕਹਿੰਦੇ ਸੀ ਕਿ ਅਸੀਂ ਕਿਸੇ ਪ੍ਰਕਾਰ ਦਾ ਫੌਜੀ ਚੜਾਵੇ ਦੇ ਵਿੱਚੋਂ, ਹਰਮੰਦਰ ਸਾਹਿਬ ਦੇ ਚੜਾਵੇ ਦੇ ਵਿੱਚੋਂ ਇੱਕ ਪੈਸਾ ਨਹੀਂ ਲਵਾਂਗੇ। ਇਹ ਗੁਰੂ ਘਰ ਆਉਂਦਾ ਹੈ ਤੇ ਇਹ ਗੁਰੂ ਘਰ ਦੇ ਵਿੱਚ ਹੀ ਲੱਗਣਾ ਚਾਹੀਦਾ, ਲੰਗਰਾਂ ਦੇ ਵਿੱਚ ਹੀ, ਇਹਦੇ ਵਿੱਚੋਂ ਅਸੀਂ ਆਪਣਾ ਖਰਚਾ ਨਹੀਂ ਕਰ ਸਕਦੇ। ਸੋ ਇਸ ਪ੍ਰਕਾਰ ਸਿੰਘ ਜਿਹੜੇ ਸਨ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਹੈ ਉਹ ਚੜਾਵਾ ਜਿਹੜਾ ਉਹ ਲੈਣ ਤੋਂ ਇਨਕਾਰ ਕਰ ਦਿੱਤਾ। ਤੇ ਫਿਰ ਸਿੰਘਾਂ ਨੇ ਆਪਣਾ ਹੀ ਪਹਿਲੋਂ ਵਾਲਾ ਢੰਗ ਲੁੱਟ ਮਾਰ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਤੇ ਇਹਨਾਂ ਦਿਨਾਂ ਦੇ ਵਿੱਚ ਸਰਕਾਰ ਦਾ ਇਸ਼ਾਰਾ ਪਾ ਕੇ ਜਿਹੜੇ ਪਿੰਡਾਂ ਦੇ ਚੌਧਰੀ ਸਨ ਉਹਨਾਂ ਨੇ ਵੀ ਸਿੰਘਾਂ ਨੂੰ ਤੰਗ ਕਰਨਾ ਆਰੰਭ ਕਰ ਦਿੱਤਾ ਸੀ। ਫਿਰ ਸਿੰਘ ਵੀ ਅੰਮ੍ਰਿਤਸਰੋਂ ਉੱਠ ਕੇ ਪਿੰਡਾਂ ਦੇ ਵੱਲ ਨੂੰ ਹੋ ਤੁਰੇ ਤੇ ਲੱਗੇ ਫਿਰ ਨੰਬਰਦਾਰਾਂ ਚੌਧਰੀਆਂ ਕੋਲੋਂ ਮਾਮਲਾ ਕਰਾਉਣ। ਤੇ ਜਿਹੜਾ ਵੀ ਪਿੰਡ ਡੰਗ ਜੋਗਾ ਲੰਗਰ ਪ੍ਰਸ਼ਾਦੇ ਜੋਗੀ ਰਸਤਾ ਆਦਿਕ ਦੇ ਦਿੰਦਾ, ਉੱਥੋਂ ਸਿੰਘ ਚੁੱਪ ਕਰਕੇ ਅੱਗੇ ਚਲੇ ਜਾਂਦੇ, ਪਰ ਜੇ ਕੋਈ ਅੜਦਾ ਤੇ ਉਹਨੂੰ ਉੱਥੇ ਹੀ ਲੁੱਟ ਲਿਆ ਜਾਂਦਾ ਉਸ ਪਿੰਡ ਨੂੰ। ਇਸੇ ਤਰ੍ਹਾਂ ਲੁੱਟ ਮਾਰ ਜਿਹੜੀ ਸੀ ਉਹ ਮਾਝੇ ਦੇ ਵਿੱਚ ਬੜੇ ਵੱਡੇ ਪੱਧਰ ਤੇ ਸਿੱਖਾਂ ਨੇ ਕਰਨੀ ਸ਼ੁਰੂ ਕਰ ਦਿੱਤੀ। ਤੇ ਕਹਿੰਦੇ ਇਸ ਲੁੱਟ ਮਾਰ ਨੂੰ ਰੋਕਣ ਵਾਸਤੇ ਮਾਝੇ ਤੋਂ ਸਿੰਘਾਂ ਨੂੰ ਸਾਫ਼ ਕਰਨ ਵਾਸਤੇ ਜਿਹੜਾ ਸੂਬੇਦਾਰ ਜ਼ਕਰੀਆ ਖਾਂ ਸੀ ਸੂਬਾ ਲਾਹੌਰ, ਉਹਨੇ ਦੀਵਾਨ ਲਖਪਤ ਰਾਏ ਦੇ ਭਤੀਜੇ ਲਖਪਤ ਰਾਏ ਤੇ ਆਪਣਾ ਉਹਦਾ ਭਤੀਜਾ ਸੀ ਮੁਖਲਸ ਖਾਂ, ਉਹਨਾਂ ਦੇ ਅਧੀਨ 10,000 ਗਸ਼ਤੀ ਫੌਜ ਜਿਹੜੀ ਇਲਾਕੇ ਦੇ ਵਿੱਚ ਲਾ ਦਿੱਤੀ ਹੈ। ਸਾਰੇ ਮਾਝੇ ਇਲਾਕੇ ਦੇ ਵਿੱਚ ਉਹ ਪਿੰਡਾਂ ਦੇ ਵਿੱਚ ਜਾ ਕੇ ਚੱਕਰ ਲਾਉਂਦੀਆਂ ਫਿਰਦੀਆਂ, ਸਾਰੇ ਗਸ਼ਤ ਕਰਦੇ ਫਿਰਦੇ ਆ। ਤੇ ਜਿਹੜਾ ਵੀ ਅੱਗੇ ਜਰਾ ਜਿਹਾ ਉੱਚੀ ਸਾਹ ਲੈਂਦਾ ਉਹਨੂੰ ਉੱਥੇ ਸਿੱਖ ਕਹਿ ਕੇ ਕਤਲ ਕਰ ਦਿੱਤਾ ਜਾਂਦਾ। ਤੇ ਸਿੰਘ ਜਿਹੜੇ ਸੀ ਫਿਰ ਇੱਥੋਂ ਤੰਗ ਆਣ ਕੇ ਮਾਲਵੇ ਦੇ ਇਲਾਕੇ ਨੂੰ ਜਾ ਵੜੇ ਤੇ ਤਰਨਾ ਦਲ ਦੇ ਜਿਹੜੇ ਸਿੰਘ ਆ ਉਹ ਹਾਂਸੀ ਹਿਸਾਰ ਵੱਲ ਚਲੇ ਗਏ ਆ ਤੇ ਬੁੱਢਾ ਦਲ ਦੇ ਜਿਹੜੇ ਸਿੰਘ ਨੇ ਉਹ ਇਸ ਸਮੇਂ ਨਵਾਬ ਕਪੂਰ ਸਿੰਘ ਜੀ ਦੇ ਅਧੀਨ ਮਾਲਵੇ ਦੇ ਇਲਾਕੇ ਨੂੰ ਚੱਲ ਪਏ ਆ। ਤੇ ਇਸ ਮਾਲਵੇ ਦੇ ਇਲਾਕੇ ਦੇ ਵਿੱਚ ਨਵਾਬ ਕਪੂਰ ਸਿੰਘ ਨੇ ਆਪਣਾ ਜਿਹੜਾ ਡੇਰਾ ਹੈ ਉਹ ਬਰਨਾਲੇ ਦੇ ਨੇੜੇ ਕੀਤਾ, ਜਾ ਕੇ ਬਰਨਾਲੇ ਉਤਰੇ ਨੇ
ਤੇ ਜੋ ਪਟਿਆਲੇ ਰਾਜ ਦੇ ਬਾਨੀ ਸਨ, ਸਰਦਾਰ ਆਲਾ ਸਿੰਘ ਜਿਨ੍ਹਾਂ ਦੇ ਨਾਮ ਤੋਂ ਪਟਿਆਲਾ ਬਣਿਆ। ਸਰਦਾਰ ਆਲਾ ਸਿੰਘ ਦੀ ਰਾਜਧਾਨੀ ਸੀ ਇੱਥੇ, ਤੇ ਸਰਦਾਰ ਆਲਾ ਸਿੰਘ ਨੇ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ ਹੈ। ਇੱਥੇ ਸਾਰਾ ਪੰਥ ਇਕੱਠਾ ਹੋਇਆ, ਲੰਗਰ ਪ੍ਰਸ਼ਾਦਾ ਛਕਿਆ ਹੈ। ਤੇ ਆਲਾ ਸਿੰਘ ਜੀ ਨੇ ਸਾਰਿਆਂ ਨੂੰ ਖੇਸ, ਬਸਤਰ ਆਦਿਕ ਸਾਰਿਆਂ ਸਿੰਘਾਂ ਨੂੰ ਭੇਟ ਕੀਤੇ ਆ। ਇਸੇ ਸ਼ੁਭ ਸਮੇਂ ਨੂੰ ਵੇਖ ਕੇ ਆਲਾ ਸਿੰਘ ਨੇ ਆਪਣੇ ਪਰਿਵਾਰ ਦੇ ਸਮੇਤ ਅੰਮ੍ਰਿਤ ਛਕਿਆ ਹੈ ਨਵਾਬ ਕਪੂਰ ਸਿੰਘ ਜੀ ਦੇ ਹੱਥੋਂ। ਤੇ ਇਸ ਦਿਨ ਤੋਂ ਬਾਅਦ ਸਰਦਾਰ ਆਲਾ ਸਿੰਘ ਜੀ ਜਿਹੜੇ ਪਟਿਆਲਾ, ਜਿਨ੍ਹਾਂ ਦੇ ਨਾਮ ਦੇ ਉੱਤੇ ਪਟਿਆਲਾ ਪਿਆ ਹੈ, ਪੱਟੀ ਦਾ ਆਲਾ, ਤੇ ਉਹ ਪਟਿਆਲੇ ਦੇ ਜਿਹੜੇ ਰਾਜਧਾਨੀ ਜਿਨ੍ਹਾਂ ਦੀ ਸੀ, ਉਹ ਆਲਾ ਸਿੰਘ ਹੋਣਾ ਨੇ ਪੰਥ ਦੇ ਵਿੱਚ ਫਿਰ ਸ਼ਾਮਲ ਹੋਏ ਆ ਤੇ ਪੰਥ ਨੇ ਉਹਨਾਂ ਦਾ ਆਦਰ ਸਤਿਕਾਰ ਕੀਤਾ। ਤੇ ਸਰਦਾਰ ਆਲਾ ਸਿੰਘ ਤੋਂ ਵਿਦਿਆ ਲੈ ਕੇ, ਉਹਨਾਂ ਤੋਂ ਛੁੱਟੀ ਲੈ ਕੇ ਤੇ ਬੁੱਢਾ ਦਲ ਇੱਥੋਂ ਮਲੇਰਕੋਟਲੇ ਜਾ ਕੇ ਉਤਰਿਆ ਤੇ ਸ਼ਰਧਾਲੂਆਂ ਤੋਂ ਨਜ਼ਰਾਨੇ ਲੈਂਦੇ ਹੋਏ, ਪ੍ਰਸ਼ਾਦਾ ਪਾਣੀ ਛਕਦੇ ਹੋਏ, ਸੇਵਾਦਾਰਾਂ ਦੇ ਕੋਲ ਜਿਹੜਾ ਵੀ ਆਉਂਦਾ ਹੈ ਪਤਾ ਲੱਗਦਾ ਕਿ ਪੰਥ ਆਇਆ ਹੈ ਪੰਜਾਬ ਦੀ ਧਰਤੀ ਤੋਂ, ਭਾਵ ਅੰਮ੍ਰਿਤਸਰ ਦੀ ਧਰਤੀ ਤੋਂ, ਤੇ ਬੜੇ ਸ਼ਰਧਾਲੂ ਆਉਂਦੇ, ਉਹ ਪ੍ਰਸ਼ਾਦਾ ਪਾਣੀ ਛਕਾਉਂਦੇ ਆ। ਇਸੇ ਪ੍ਰਕਾਰ ਜੇ ਕੋਈ ਆਕੀ ਹੁੰਦਾ ਤੇ ਉਹਨੂੰ ਲੁੱਟ ਲਿਆ ਜਾਂਦਾ, ਲੁੱਟ ਮਾਰ ਕਰਦੇ। ਇਸ ਤਰ੍ਹਾਂ ਸਿੰਘ ਇੱਕ ਦਿਨ ਫੇਰ ਸਰਹੰਦ ਦੇ ਉੱਤੇ ਚੜ੍ਹਾਈ ਕਰਦੇ ਆ ਤੇ ਸਰਹੰਦ ਦੇ ਉੱਤੇ ਸਿੱਖ ਜਾ ਕੇ ਪੈ ਜਾਂਦੇ ਟੁੱਟ ਕੇ, ਤੇ ਉੱਥੇ ਜਾ ਕੇ ਸਿੰਘ ਜਿਹੜੇ ਆ ਸਾਰੀ ਸਰਹੰਦ ਨੂੰ ਫੇਰ ਲੁੱਟ ਲੈਂਦੇ ਆ। ਲੁੱਟਣ ਤੋਂ ਬਾਅਦ ਸਾਰੇ ਜ਼ਗੀਰਦਾਰਾਂ ਨੂੰ ਸਰਹੰਦ ਤੋਂ ਲੁੱਟ ਕੇ ਇੱਥੋਂ ਫਿਰ ਜ਼ਿਮੀਂਦਾਰਾਂ ਨੂੰ ਲੁੱਟਦੇ ਹੋਏ ਸਤਲੁਜ ਟੱਪ ਕੇ ਦੁਆਬਾ ਜਲੰਧਰ ਦੇ ਵਿੱਚ ਆ ਕੇ ਮਾਰ ਧਾੜ ਕਰਦੇ ਆ ਸਿੰਘ। ਜਲੰਧਰ ਤੋਂ ਹੁੰਦੇ ਹੋਏ ਫਿਰ ਸਿੰਘ ਜਿਹੜੇ ਆ ਇੱਧਰੋਂ ਚੱਲਦੇ ਚੱਲਦੇ ਮੰਝ ਦਾ ਇਲਾਕਾ ਜਿਹੜਾ ਹੈ ਇੱਧਰ ਨੂੰ ਖਾਸ ਤੌਰ ਤੇ ਲੁੱਟਦੇ ਜਾਂਦੇ। ਰਾਜਪੂਤਾਂ ਆਦਿਕ ਦਾ ਇਲਾਕਾ ਜਿਹੜਾ ਸੀ ਉਹਨੂੰ ਬੜੇ ਪੂਰੇ ਵੱਡੇ ਪੱਧਰ ਤੇ ਲੁੱਟਮਾਰ ਕਰਦੇ ਆ। ਬੜੀ ਦਲੇਰੀ ਦੇ ਨਾਲ ਲੁੱਟਮਾਰ ਕੀਤੀ ਦੁਆਬੇ ਦੇ ਵਿੱਚ ਸਿੰਘਾਂ ਨੇ ਤੇ ਲੁੱਟਮਾਰ ਕਰਦੇ। ਇਸੇ ਵੇਲੇ ਹੀ ਫਿਰ ਜਿਹੜਾ ਬੁੱਢਾ ਦਲ ਤੇ ਤਰਨਾ ਦਲ ਦਾ ਫੇਰ ਆਣ ਕੇ ਇਕੱਠ ਹੁੰਦਾ ਹੈ ਦੁਆਬੇ ਦੀ ਧਰਤੀ ਦੇ ਉੱਤੇ। ਫਿਰ ਇਹ ਸਾਰੇ ਰਲ ਮਿਲ ਕੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਹੁਣ ਦੀਪਮਾਲਾ ਦਾ ਤਿਉਹਾਰ, ਭਾਵ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ, ਤੇ ਕਿਉਂ ਨਾ ਇਹ ਦੀਵਾਲੀ ਦੇ ਤਿਉਹਾਰ ਜਿਹੜੇ ਆਪਣੇ ਗੁਰਧਾਮਾਂ ਦੇ ਉੱਤੇ ਮਨਾਏ ਜਾਣ। ਫਿਰ ਸਿੱਖਾਂ ਨੇ ਇਕੱਠੇ ਹੋ ਕਰਕੇ ਸਾਧ ਸੰਗਤ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਗੋਇੰਦਵਾਲ ਸਾਹਿਬ ਵਿਖੇ ਆਏ ਆ। ਬਿਆਸਾ ਦਰਿਆ ਟੱਪ ਕੇ ਦੁਆਬੇ ਤੋਂ, ਹੁਣ ਦੁਆਬੇ ਤੋਂ ਬੁੱਢਾ ਦਲ ਵੀ ਤੇ ਤਰਨਾ ਦਲ ਦੇ 5 ਜੱਥੇ, ਇਹ ਸਾਰੇ ਦੇ ਸਾਰੇ ਸਿੰਘ ਹੁਣ ਮਿਲ ਪਏ ਆ। ਇਹਨਾਂ ਨੇ ਗੋਇੰਦਵਾਲ ਆਣ ਕੇ ਪਹਿਲਾ ਮੇਲਾ ਜਿਹੜਾ ਹੈ ਉਹ ਮਨਾਇਆ ਹੈ। ਗੋਇੰਦਵਾਲ ਸਾਹਿਬ ਆਣ ਕੇ ਇੱਥੇ ਸਿੱਖਾਂ ਨੇ ਬੜੀ ਬੌਲੀ ਸਾਹਿਬ ਦੀ ਸੇਵਾ ਕੀਤੀ ਹੈ ਬੜੇ ਪਿਆਰ ਦੇ ਨਾਲ, ਕਿਉਂਕਿ ਧਨ ਕਾਫੀ ਇਕੱਠਾ ਹੋ ਗਿਆ ਸੀ ਲੁੱਟ ਮਾਰ ਦੇ ਵਿੱਚੋਂ, ਤੇ ਚੰਗਾ ਗੁਰਦੁਆਰੇ ਸਾਹਿਬ ਦੀ ਸੇਵਾ ਸੰਭਾਲ ਕੀਤੀ, ਦਿਲ ਖੋਲ ਕੇ ਸੇਵਾ ਕੀਤੀ, ਪ੍ਰਸ਼ਾਦਾ ਪਾਣੀ ਚੱਲਿਆ। ਇੱਥੋਂ ਚੱਲ ਕੇ ਚੌਥੇ ਪੰਜਵੇਂ ਦਿਨ ਸਿੰਘਾਂ ਨੇ ਡੇਰਾ ਕੀਤਾ ਹੈ ਜਾ ਕੇ ਖਡੂਰ ਸਾਹਿਬ ਦੀ ਧਰਤੀ ਤੇ। ਖਡੂਰ ਸਾਹਿਬ ਦੀ ਧਰਤੀ ਤੇ ਆਣ ਕੇ ਸਿੱਖਾਂ ਨੇ ਫਿਰ ਇੱਥੇ ਇੱਕ ਮੇਲਾ ਮਨਾਇਆ। ਇੱਥੇ ਫਿਰ ਕਾਫੀ ਇਕੱਠ ਹੋਇਆ, ਬੜਾ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਿਆ ਸਿੱਖਾਂ ਨੇ ਇਕੱਠੇ ਹੋ ਕੇ। ਫਿਰ ਇੱਥੋਂ ਸਿੰਘ ਚੱਲਦੇ ਹੋਏ ਤਰਨ ਤਾਰਨ ਆਣ ਬੈਠੇ ਆ, ਤੇ ਤਰਨ ਤਾਰਨ ਆਣ ਕੇ ਸਿੱਖ ਜਿਹੜੇ ਆ ਉਹ ਕਾਫੀ ਸਮਾਂ ਬੈਠੇ ਰਹੇ। ਇੱਥੋਂ ਫਿਰ ਤਰਨਾ ਦਲ ਤੇ ਉੱਥੇ ਰਿਹਾ ਤਰਨ ਤਾਰਨ ਦੀ ਧਰਤੀ ਤੇ ਬੁੱਢਾ ਦਲ ਇੱਥੋਂ ਚੱਲ ਕੇ ਬਾਸਰਕੀ ਬੀੜ ਸਾਹਿਬ ਜਿਹੜਾ ਹੈ, ਜਿਹੜੇ ਪਾਸੇ ਬਾਬਾ ਬੁੱਢਾ ਜੀ ਦਾ ਸਥਾਨ ਹੈ, ਬੀੜ ਬਾਬਾ ਬੁੱਢਾ ਸਾਹਿਬ, ਇਹ ਬੀੜ ਦਾ ਇਲਾਕਾ ਸੀ, ਜੰਗਲ ਬੀਆਬਾਨ। ਇਸ ਪਾਸੇ ਫਿਰ ਜਿਹੜਾ ਬੁੱਢਾ ਦਲ ਹੈ ਉਹ ਚਲਾ ਗਿਆ। ਤੇ ਇਹ ਖਬਰ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਪਤਾ ਲੱਗੀ ਹੈ ਕਿ ਸਿੰਘ ਜਿਹੜੇ ਆ ਉਹ ਇਸ ਸਮੇਂ ਇਧਰਲੇ ਪਾਸੇ ਨੂੰ ਆਏ ਆ, ਬਾਸਰਕੇ ਵਾਲੇ ਪਾਸੇ ਨੂੰ। ਬਾਸਰਕੇ ਉਹ ਪਿੰਡ ਹੈ ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ। ਤੇ ਬਾਸਰਕੀ ਫਿਰ ਜੰਗ ਹੋਈ ਆ ਤੇ 7000 ਫੌਜ ਦੇ ਕੇ ਦੀਵਾਨ ਲਖਪਤ ਰਾਏ, ਹੈਬਾਤ ਖਾਂ, ਸਲਾਬਤ ਖਾਂ, ਕੁਤਬਦੀਨ ਆਦਿਕ ਜਿੰਨੇ ਵੀ ਜਰਨੈਲ ਸਨ, ਇਹਨਾਂ ਜਰਨੈਲਾਂ ਨੂੰ ਸਿੰਘਾਂ ਉੱਤੇ ਹਮਲਾ ਕਰਨ ਦੇ ਵਾਸਤੇ ਭੇਜਿਆ ਗਿਆ। ਉਹਨਾਂ ਚੁੱਪ ਕੀਤੇ ਬੈਠੇ ਸਿੰਘਾਂ ਦੇ ਉੱਤੇ ਬਾਸਰਕੀ ਆ ਕੇ ਹੱਲਾ ਬੋਲ ਦਿੱਤਾ ਹੈ। ਬੜਾ ਘਮਾਸਾਨ ਦਾ ਇੱਥੇ ਯੁੱਧ ਹੋਇਆ। ਸਿੰਘ ਭਾਵੇਂ ਗਿਣਤੀ 'ਚ ਥੋੜੇ ਸੀ, ਪਰ ਕਹਿੰਦੇ ਬੜੀ ਬਹਾਦਰੀ ਦੇ ਨਾਲ ਲੜੇ। ਕੁਤਬਦੀਨ ਜਿਹੜਾ ਸੀ ਸਮੁੰਦ ਖਾਂ ਦਾ ਜਵਾਈ, ਤੇ ਸਲਾਬਤ ਖਾਂ ਇਸ ਲੜਾਈ ਦੇ ਵਿੱਚ ਮਾਰੇ ਗਏ। ਦੋਹਾਂ ਜਰਨੈਲਾਂ ਦੇ ਮਰਨ ਦੇ ਨਾਲ ਸ਼ਾਹੀ ਫੌਜ ਦੇ ਹੌਸਲੇ ਟੁੱਟ ਗਏ। ਪਰ ਐਨ ਉਸੇ ਵੇਲੇ ਸਮੁੰਦ ਖਾਨ ਦਾ ਸੱਜਰ ਸ਼ਾਹ ਜਿਹੜਾ ਸੀ
ਉਹਦੀ ਜਗ੍ਹਾ ਦੇ ਉੱਤੇ ਸੱਜਰ ਸ਼ਾਹ ਨਾਂ ਦਾ ਇੱਕ ਜਿਹੜਾ ਫੌਜੀ ਸੀ, ਫੌਜਦਾਰ, ਉਹ ਆਪਣੀ ਫੌਜ ਲੈ ਕੇ ਪੁੱਜਾ। ਉਹਨਾਂ ਨੇ ਇੱਕਦਮ ਹਮਲਾ ਕੀਤਾ ਤੇ ਸਿੰਘਾਂ ਨੇ ਫਿਰ ਲਾ ਲਿਆ ਹਿਸਾਬ ਕਿ ਹੁਣ ਪਿੱਛੇ ਮੁੜਨਾ ਹੀ ਚੰਗਾ ਹੈ। ਫਿਰ ਸਿੰਘ ਇੱਥੋਂ ਬੀੜ ਸਾਹਿਬ ਤੋਂ ਪਿੱਛੇ ਲੜਦੇ ਲੜਦੇ ਹੋਏ ਪਿੱਛੇ ਨੂੰ ਮੁੜੇ ਆ ਤੇ ਖੇਮ ਕਰਨ ਵਾਲੇ ਪਾਸੇ ਨੂੰ ਨਿਕਲ ਗਏ ਆ। ਇਹ ਘਟਨਾ ਜਿਹੜੀ ਹੈ, ਇਹ ਲੜਾਈ 31 ਮਹੀਨੇ ਦੇ ਵਿੱਚ 1736 ਨੂੰ ਹੋਈ ਸੀ, ਬਾਸਰਕੇ ਦੀ ਲੜਾਈ। ਫਿਰ ਉਸ ਤੋਂ ਬਾਅਦ ਸ਼ਾਹੀ ਫੌਜ ਸਿੱਖਾਂ ਦੇ ਮਗਰ ਤੁਰੀ। ਖੇਮ ਕਰਨ ਦੇ ਕੋਲ ਤਰਨਾ ਦਲ ਵੀ ਬੁੱਢਾ ਦਲ ਦੇ ਨਾਲ ਆਣ ਕੇ ਮਿਲਿਆ। ਜਦੋਂ ਪਤਾ ਲੱਗਾ ਕਿ ਜੰਗ ਹੋ ਗਈ ਹੈ ਤੇ ਦੋਵਾਂ ਦਲਾਂ ਨੇ ਇਕੱਠੇ ਹੋ ਕੇ ਚੂਣੀਆਂ ਦੇ ਇਲਾਕੇ ਵਿੱਚ ਇਹ ਸਾਰਾ ਦਲ ਇਕੱਠਾ ਹੋਇਆ। ਅੱਗੇ ਅੱਗੇ ਸਿੱਖ ਦੇ ਮਗਰ ਮਗਰ ਸ਼ਾਹੀ ਫੌਜ ਆ ਰਹੀ ਹੈ। ਅੰਤ ਹੁਜਰਾ ਸ਼ਾਹ ਮੁਕੀਮ ਦੇ ਕੋਲ ਇਹ ਪਿੰਡ ਹੈ, ਦੋਹਾਂ ਦਲਾਂ ਦਾ ਇੱਥੇ ਆਣ ਕੇ ਮੁਕਾਬਲਾ ਹੋਇਆ। ਹੁਜਰਾ ਸ਼ਾਹ ਮੁਕੀਮ ਇੱਥੇ ਆਣ ਕੇ ਦੋਹਾਂ ਦਲਾਂ ਦਾ ਜਿਹੜਾ ਹੈ ਮੁਕਾਬਲਾ ਟਾਕਰਾ ਹੋਇਆ। ਸਿੱਖਾਂ ਨੇ ਦਿਲਾਂ ਦੇ ਵਿੱਚ ਬਾਸਰਕੀ ਦੀ ਹਾਰ ਦਾ ਬੜਾ ਗੁੱਸਾ ਸੀ ਤੇ ਉਹਨਾਂ ਨੇ ਫਿਰ ਬੜੀ ਬਹਾਦਰੀ ਦੇ ਨਾਲ ਸਿੰਘ ਲੜੇ ਆ। ਉਹਨਾਂ ਨੂੰ ਇਹ ਸੀ ਕਿ ਅਸੀਂ ਸ਼ਾਹੀ ਫੌਜ ਨੂੰ ਖਤਮ ਕਰ ਦਈਏ। ਹਜ਼ਾਰਾਂ ਸਿਪਾਹੀ, ਜਵਾਲ ਖਾਂ, ਤਤਾਰ ਖਾਂ, ਦੁਨੀ ਚੰਦ ਲਖਪਤ ਰਾਏ ਦਾ ਜਿਹੜਾ ਭਤੀਜਾ ਸੀ, ਇਹਨਾਂ ਦੇ ਵਰਗੇ ਜਰਨੈਲ ਮਰਵਾ ਕੇ ਇਹ ਫੌਜ ਜਿਹੜੀ ਹੈ ਵਾਪਸ ਲਾਹੌਰ ਨੂੰ ਨੱਸ ਗਈ ਹੈ। ਖਾਲਸੇ ਦੀ ਫਿਰ ਇੱਥੇ ਫਤਿਹ ਪ੍ਰਾਪਤ ਹੋਈ ਖਾਲਸੇ ਨੂੰ, ਤੇ ਸ਼ਾਹੀ ਫੌਜ ਨੇ ਫੌਜ ਦੇ ਡੇਰੇ ਵਿੱਚੋਂ ਹਜ਼ਾਰਾਂ ਰੁਪਏ ਤੇ ਸਨਮਾਨ ਕੁਛ ਹੈ ਉਹ ਸਿੱਖਾਂ ਦੇ ਹੱਥ ਲੱਗਾ ਹੈ। ਇੱਥੋਂ ਫਿਰ ਸਿੰਘਾਂ ਨੇ ਅੰਮ੍ਰਿਤਸਰ ਵੱਲ ਨੂੰ ਆਪਣਾ ਮੂੰਹ ਕੀਤਾ ਕਿ ਉਹ ਇਲਾਕੇ ਦੇ ਵਿੱਚੋਂ ਆਕੀਆਂ ਨੂੰ ਸੋਧਦੇ ਹੋਏ ਮਾਝੇ ਦੇ ਵਿੱਚ ਆ ਰਹੇ ਸੀ ਤੇ ਜਾਂ ਸਮੁੰਦ ਖਾਂ ਲਾਹੌਰੋਂ ਹੋਰ ਸੱਜਰ ਸ਼ਾਹ ਨਵੀਂ ਫੌਜ ਲੈ ਕੇ ਸਮੁੰਦ ਖਾਂ ਜਿਹੜਾ ਸੀ ਫੇਰ ਚੜਿਆ ਤੇ ਇਸ ਫੌਜ ਦਾ ਟਾਕਰਾ ਕਰਨ ਦੀ ਥਾਂ ਸਿੰਘ ਰਿਆੜਕੀ ਵੱਲ ਨੂੰ ਨਿਕਲ ਗਏ, ਕਲਾਨੌਰ ਵਾਲੇ ਪਾਸੇ ਨੂੰ, ਗੁਰਦਾਸਪੁਰ, ਪਠਾਨਕੋਟ ਆਦਿ ਵਾਲੇ ਪਾਸੇ ਨੂੰ ਨਿਕਲੇ ਸਿੰਘ। ਉਧਰਲੇ ਪਾਸੇ ਨੂੰ ਜਾ ਕੇ ਸਿੰਘਾਂ ਨੇ ਫੇਰ ਲੁੱਟ ਮਾਰ ਉਧਰ ਕੀਤੀ ਹੈ ਤੇ ਇਹਨਾਂ ਨੇ ਸਿੱਧਾ ਜਿਹੜਾ ਟਾਕਰਾ ਸਮੁੰਦ ਖਾਨ ਦਾ ਨਹੀਂ ਕੀਤਾ। ਫਿਰ ਦਰਿਆ ਰਾਵੀ ਟੱਪੇ ਨੇ ਸਿੰਘ ਤੇ ਇਹਨੂੰ ਟੱਪ ਕੇ ਪਸਰੂਰ, ਸਿਆਲਕੋਟ, ਵਜ਼ੀਰਾਬਾਦ ਆਦਿ ਇਲਾਕੇ ਜਿਹੜੇ ਉਹ ਸਿੱਖਾਂ ਨੇ ਲੁੱਟੇ ਆ। ਇਸੇ ਗੜਬੜ ਦੇ ਦੌਰਾਨ ਖਾਨ ਬਹਾਦਰ ਜ਼ਕਰੀਆ ਖਾਨ ਬੜਾ ਤੰਗ ਆ ਗਿਆ। ਉਹਨੇ ਕਿਹਾ ਕਿ ਇਹ ਤੇ ਬੜੇ ਕਮਾਲ ਹੀ ਕਰ ਦਿੰਦੇ ਆ, ਇਹ ਤੇ ਜਿਹੜੀ ਵੀ ਫੌਜ ਭੇਜਦਾ, ਮੇਰੇ ਵੱਡੇ ਵੱਡੇ ਸੈਨਾਪਤੀ, ਵੱਡੇ ਵੱਡੇ ਸਾਡੇ ਮੇਰੇ ਸਮੇਂ ਦੇ ਜਿਹੜੇ ਆ ਇੰਨੇ ਵਜ਼ੀਰ ਮੈਂ ਭੇਜਦਾ, ਸਾਰੇ ਨੂੰ ਮਾਰ ਮਾਰ ਕੇ ਸੁੱਟੀ ਜਾਂਦੇ, ਇੱਕ ਹੈਗੇ ਕੌਣ ਆ? ਇਹਨਾਂ ਨੂੰ ਮਿਲਦਾ ਕਿ ਇਹ ਕਿਵੇਂ ਇਹਨਾਂ ਦੇ ਵਿੱਚ ਤਾਕਤ ਆਉਂਦੀ ਹੈ? ਇਹ ਸਾਰੀ ਗੱਲ ਉਹਨੇ ਆਪਣੇ ਕਾਜ਼ੀਆਂ ਨੂੰ ਪੁੱਛੀ ਹੈ ਤੇ ਉਹਨਾਂ ਦੇ ਕਾਜ਼ੀਆਂ ਨੇ ਕਿਹਾ ਹੈ ਕਿ ਕਾਜ਼ੀਆਂ ਨੂੰ ਕਹਿੰਦਾ ਹੈ ਕਿ ਮੈਂ ਇੰਨੇ ਸਿੰਘ ਰੋਜ਼ ਕਤਲ ਕਰਦਾ ਤੇ ਇਹਨਾਂ ਸਿੰਘਾਂ ਦੇ ਵਧਣ ਦਾ ਕਾਰਨ ਕੀ ਹੈ, ਕਿਵੇਂ ਵੱਧਦੇ ਪਏ? ਮੈਂ ਰੋਜ਼ ਇਹਨਾਂ ਨੂੰ ਮਾਰਦਾ ਪਰ ਇਹ ਮਰਦੇ ਹੀ ਨਹੀਂ, ਗੱਲ ਕੀ ਹੈ? ਬੜਾ ਉਹਨੇ ਹੈਰਾਨ ਹੋ ਕੇ ਪੁੱਛਿਆ ਤੇ ਕਾਜ਼ੀਆਂ ਨੇ ਅੱਗੇ ਜਵਾਬ ਦਿੱਤਾ ਕਿ ਇਹਨਾਂ ਦਾ ਗੁਰੂ ਅੰਮ੍ਰਿਤਸਰ ਦੇ ਤਲਾਬ ਦੇ ਵਿੱਚ, ਸਰੋਵਰ ਦੇ ਵਿੱਚ ਆਬੇ ਹਯਾਤ ਪਾ ਕੇ ਗਿਆ, ਅੰਮ੍ਰਿਤ ਪਾ ਕੇ ਗਿਆ ਤੇ ਉੱਥੇ ਜਿਹੜਾ ਵੀ ਇਸ਼ਨਾਨ ਕਰਕੇ ਆਬੇ ਹਯਾਤ ਪੀਂਦਾ ਹੈ ਉਹ ਸਿੱਖ ਅਮਰ ਹੋ ਜਾਂਦਾ, ਉਹਦੇ ਵਿੱਚ ਤਾਕਤ ਦੁੱਗਣੀ ਆ ਜਾਂਦੀ ਹੈ। ਤੇ ਜੇ ਆਪਾਂ ਅੰਮ੍ਰਿਤਸਰ ਸਿੱਖਾਂ ਦਾ ਆਉਣਾ ਬੰਦ ਕਰ ਦਈਏ ਤੇ ਇਹ ਸਿੰਘ ਆਪਣੇ ਆਪ ਹੀ ਮੁੱਕ ਜਾਣਗੇ। ਕਾਜ਼ੀਆਂ ਨੇ ਇਹ ਗੱਲ ਕਹੀ ਤੇ ਜਦੋਂ ਇਹ ਦਲੀਲ ਸੁਣ ਕੇ ਖਾਨ ਬਹਾਦਰ ਨੇ ਇਸ ਦਲੀਲ ਸੁਣੀ ਹੈ ਤੇ ਕਾਜ਼ੀ ਅਬਦੁਲ ਰਹਿਮਾਨ ਤੇ ਮੁਹੰਮਦ ਬਖਸ਼ ਨੂੰ 2000 ਫੌਜ ਦੇ ਕੇ ਇਹਨੇ ਅੰਮ੍ਰਿਤਸਰ ਵੱਲ ਭੇਜਿਆ। ਇਹਨੇ ਕਿਹਾ ਅੰਮ੍ਰਿਤਸਰ ਜਾ ਕੇ ਕਬਜ਼ਾ ਕਰ ਲਓ ਤੇ ਉਹਨਾਂ ਨੇ ਆਉਂਦਿਆਂ ਹੀ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਸਰੋਵਰ ਦੇ ਆਲੇ ਦੁਆਲੇ ਸਖਤ ਪਹਿਰਾ ਲਾ ਦਿੱਤਾ ਤਾਂ ਕਿ ਨਾ ਕੋਈ ਜਾ ਸਕੇ, ਨਾ ਕੋਈ ਆਵੇ ਤੇ ਨਾ ਹੀ ਕੋਈ ਜਾਵੇ, ਤੇ ਨਾ ਹੀ ਕੋਈ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਸਕੇ ਤੇ ਨਾ ਹੀ ਇੱਥੋਂ ਕੋਈ ਅੰਮ੍ਰਿਤ ਪੀ ਸਕੇ। ਇਸੇ ਵੇਲੇ ਭਾਈ ਮਨੀ ਸਿੰਘ ਜੀ ਸਨ ਜਿਹੜੇ, ਉਹਨਾਂ ਦੇ ਨਾਲ ਥੋੜੇ ਜਿਹੇ ਸਿੱਖ ਸਾਥੀ ਸਨ। ਉਹਨਾਂ ਨੂੰ ਸੰਤ ਜਾਣ ਕੇ, ਫਕੀਰ ਜਾਣ ਕੇ ਅੰਮ੍ਰਿਤਸਰ ਉਹਨਾਂ ਨੂੰ ਆਉਣ ਜਾਣ ਦਿੱਤਾ ਜਾਂਦਾ ਸੀ। ਬਾਕੀਆਂ ਸਿੰਘਾਂ ਨੂੰ ਕਿਸੇ ਵੀ ਤਿਆਰ ਸਿੰਘ ਜਿਹੜੇ ਸਨ, ਨਿਹੰਗ ਸਿੰਘ, ਉਹਨਾਂ ਨੂੰ ਕਿਸੇ ਨੂੰ ਅੰਮ੍ਰਿਤਸਰ ਵੜਨ ਦੀ ਇਜਾਜ਼ਤ ਨਹੀਂ ਸੀ। ਇੱਕ ਦਿਨ ਲੋਕਾਂ ਨੇ ਪੁੱਛਿਆ ਅੰਮ੍ਰਿਤਸਰ ਦਿਆਂ ਨੇ ਕਿ ਤੁਸੀਂ ਇਹ ਕਿਉਂ ਕੀਤਾ ਇਸ ਤਰ੍ਹਾਂ? ਉਹ ਕਹਿੰਦੇ ਕਿ ਸਾਡਾ ਰਾਜ ਹੈ, ਅਸੀਂ ਕੁਝ ਵੀ ਕਰ ਸਕਦੇ ਹਾਂ। ਤੇ ਕਾਜ਼ੀ ਨੇ ਖਲੋ ਕੇ ਕਿਹਾ ਸੀ, ਕਹਿੰਦਾ ਕਿ ਜੇ ਕੋਈ ਸਿੱਖ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਜਾਵੇ ਤੇ ਮੈਂ ਉਹਨੂੰ ਸਿੰਘ ਸਮਝਾਂਗਾ। ਜੇ ਕੋਈ ਇੰਨਾ ਤਾਕਤਵਰ ਆ ਨਾ ਸਿੰਘ, ਜੇ ਕੋਈ ਇਸ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ, ਮੈਂ ਉਸਨੂੰ ਅਸਲੀ ਸ਼ੇਰ ਸਮਝਾਂਗਾ, ਸਿੰਘ ਸਮਝਾਂਗਾ। ਨਹੀਂ ਤੇ ਉਹ ਗਿੱਦੜਿਆ, ਤੇ ਜੇ ਸ਼ੇਰ ਹੋਵੇਗਾ
ਤੇ ਉਹ ਇੱਥੇ ਜ਼ਰੂਰ ਇਸ਼ਨਾਨ ਕਰਨ ਆਵੇਗਾ। ਇਹ ਉੜਦੀ ਉੜਦੀ ਗੱਲ ਸਿੰਘਾਂ ਦੇ ਕੰਨਾਂ 'ਚ ਪਈ ਆ। ਖਾਲਸਾ ਦਲ ਦੇ ਕੋਲ ਪਹੁੰਚੀ ਆ ਕਿ ਇਸ ਤਰ੍ਹਾਂ ਕਾਜੀ ਨੇ ਇਹ ਗੱਲ ਕਹੀ ਆ ਲੋਕਾਂ ਦੇ ਵਿੱਚ ਖਲੋ ਕੇ ਕਿ ਜਿਹੜਾ ਸਿੰਘ ਹੋਏਗਾ ਉਹ ਜ਼ਰੂਰ ਅੰਮ੍ਰਿਤਸਰ ਆਣ ਕੇ ਇਸ਼ਨਾਨ ਕਰੇਗਾ, ਜਿਹੜਾ ਆਪਣੇ ਆਪ ਨੂੰ ਸਿੰਘ ਕਹਾਉਂਦਾ ਹੈ। ਨਹੀਂ ਤੇ ਆਪਣੇ ਨਾਮ ਦੇ ਪਿੱਛੇ ਸਿਰਫ ਸਿੰਘ ਲਾ ਲੈਣ ਦੇ ਨਾਲ ਕੋਈ ਸਿੰਘ ਨਹੀਂ ਬਣਦਾ। ਸਿੱਖਾਂ ਨੂੰ ਜਦੋਂ ਸਾਧ ਸੰਗਤ ਇਹ ਗੱਲ ਪਤਾ ਲੱਗੀ ਆ ਤੇ ਸੁੱਖਾ ਸਿੰਘ ਤਖਾਣ ਮਾੜੀ ਕੰਬੋਕੇ ਦੇ ਰਹਿਣ ਵਾਲੇ ਤੇ ਸਰਦਾਰ ਥਰਾਜ ਸਿੰਘ ਭਾਈ ਮਨੀ ਸਿੰਘ ਦੀ ਜਿਹੜੇ ਭਤੀਜੇ ਸਨ, 50 ਸਿੰਘਾਂ ਦੇ ਜੱਥੇ ਦੇ ਨਾਲ ਅੰਮ੍ਰਿਤਸਰ ਇਸ਼ਨਾਨ ਕਰਨ ਵਾਸਤੇ ਤਿਆਰ ਹੋਏ। ਇਹਨਾਂ ਨੇ ਕਿਹਾ ਸਾਡੀ ਅਣਖ ਨੂੰ ਵਗਾ ਰਿਹਾ ਹੈ, ਸਾਡੀ ਗੈਰਤ ਨੂੰ ਵਗਾ ਰਿਹਾ, ਅਸੀਂ ਹੁਣ ਇਸ਼ਨਾਨ ਕਰਕੇ ਦਿਖਾਵਾਂਗੇ। ਇਹ ਤਿਆਰ ਬਰ ਤਿਆਰ ਹੋ ਕੇ 50 ਸਿੰਘਾਂ ਨੂੰ ਨਾਲ ਲੈ ਕੇ ਇੱਧਰ ਨੂੰ ਆਏ ਆ ਤੇ ਉਹਨਾਂ ਬਾਕੀ ਜੱਥੇ ਨੂੰ ਗਲਵਾਲੀ ਦਰਵਾਜ਼ਿਓਂ ਬਾਹਰ ਖਿਲਾਰ ਦਿੱਤਾ। ਗਰਵਾਲੀ ਜਿਹੜਾ ਦਰਵਾਜ਼ਾ ਹੈ, ਆਪ ਜੀ ਅੰਮ੍ਰਿਤਸਰ ਗਏ ਹੋਵੋਗੇ, ਪਤਾ ਹੋਏ ਤਾਂ ਆਪ ਜੀ ਨੂੰ, ਉਧਰਲੇ ਪਾਸੇ ਬਾਹਰ ਖਿਲਾਰ ਦਿੱਤਾ ਤੇ ਆਪ ਦੋਵੇਂ ਜਿਹੜੇ ਸਨ ਭੇਸ਼ ਬਦਲ ਕੇ ਸਰੋਵਰ ਤੇ ਆਣ ਪੁੱਜੇ ਆ। ਅੰਮ੍ਰਿਤ ਵੇਲਾ ਸੀ ਤੇ ਸ਼ਾਹੀ ਸੈਨਾ ਦੇ ਸਿਪਾਹੀ ਆਪਸ ਦੇ ਵਿੱਚ ਤੰਬੂਆਂ ਦੇ ਵਿੱਚ ਸੁੱਤੇ ਪਏ ਸਨ। ਦੋਵਾਂ ਸਿੰਘਾਂ ਨੇ ਇਸ਼ਨਾਨ ਕੀਤਾ ਤੇ ਜੈਕਾਰੇ ਛੱਡਦੇ ਹੋਏ ਘੋੜਿਆਂ ਤੇ ਸਵਾਰ ਹੋ ਕੇ ਜੱਥੇ ਦੇ ਵਿੱਚ ਆਣ ਰਲੇ ਆ। ਜਿਹੜਾ ਜੱਥਾ ਬਾਹਰ ਗਰਵਾਲੀ ਖੜਾ ਸੀ ਉਹਨਾਂ ਦੇ ਵਿੱਚ ਆਣ ਕੇ ਰਲ ਗਏ। ਫਿਰ ਜੈਕਾਰੇ ਸੁਣੇ ਆ ਜਦੋਂ ਮੁਸਲਮਾਨਾਂ ਨੇ ਤੇ ਫੌਜ ਦੇ ਵਿੱਚ ਹਲਚਲ ਮਚ ਗਈ ਇੱਕਦਮ ਤੇ ਸਿੰਘ ਆ ਗਏ, ਸਿੰਘ ਪੈ ਗਏ। ਇਸ ਤਰ੍ਹਾਂ ਸਾਰਿਆਂ ਦੇ ਮੂੰਹ ਚ ਨਿਕਲਿਆ ਤੇ ਸਾਰੇ ਨੱਠ ਭੱਜ ਉੱਠੇ ਆ, ਕਿੱਧਰਲੇ ਪਾਸੇ ਆਏ, ਕਿੱਧਰੋਂ ਆਏ ਆ। ਤੇ ਕਾਜੀ ਅਬਦੁਲ ਖਾਨ ਜਿਹੜਾ ਸੀ, ਅਬਦੁਲ ਰਹਿਮਾਨ, ਜਿਹਨੇ ਕਿਹਾ ਸੀ ਕਿ ਮੈਂ ਜਿਹੜਾ ਆ ਜੇ ਕੋਈ ਸਿੰਘ ਹੋਵੇਗਾ ਤੇ ਉਹ ਇਸ਼ਨਾਨ ਕਰੇ, ਇਹ ਕਾਜੀ ਨੂੰ ਪਤਾ ਲੱਗਾ ਤੇ ਵੀ ਘਬਰਾ ਗਿਆ। ਪਰ ਆਪਣਾ ਡਰ ਲਗਾਉਣ ਦੇ ਵਾਸਤੇ ਨੇ ਹੱਲਾਸ਼ੇਰੀ ਸ਼ੁਰੂ ਕਰ ਦਿੱਤੀ ਕਿ ਫੜੋ ਵੀ ਫੜੋ ਸਿੰਘਾਂ ਨੂੰ, ਜਲਦੀ ਫੜੋ, ਸਿੰਘ ਥੋੜੀ ਆ ਤਕੜੇ ਹੋ ਜਾਓ, ਏਦਾਂ ਕਰ ਲੱਗ ਪਿਆ। ਤੇ ਸਿੰਘ ਚੁੱਪ ਕਰਕੇ ਨਹੀਂ ਸੀ ਖਿਸਕਣਾ ਚਾਹੁੰਦੇ, ਉਹ ਦੱਸਣਾ ਚਾਹੁੰਦੇ ਸੀ ਕਿ ਅਸੀਂ ਇਸ਼ਨਾਨ ਕਰ ਸਕਦੇ ਹਾਂ, ਤੁਸੀਂ ਭਾਵੇਂ ਜਿੰਨੇ ਮਰਜ਼ੀ ਰੋਕਾਂ ਲਾਓ, ਅਸੀਂ ਅੰਮ੍ਰਿਤਸਰ ਦਾ ਇਸ਼ਨਾਨ ਕਰ ਸਕਦੇ ਹਾਂ। ਤੇ ਸਾਧ ਸੰਗਤ ਫਿਰ ਸਿੰਘਾਂ ਨੇ ਚੁੱਪ ਕਰਕੇ ਨਹੀਂ ਖਿਸਕੇ, ਫਤਿਹ ਬੁਲਾ ਕੇ ਜੈਕਾਰਾ ਛੱਡ ਕੇ ਖਿਸਕੇ ਆ। ਤੇ ਉਹਨਾਂ ਨੇ ਫਿਰ ਸਿੱਖਾਂ ਨੇ ਮਤਾ ਪਕਾਇਆ ਕਿ ਹੁਣ ਜੇ ਆਏ ਤੇ ਖਾਲੀ ਨਾ ਹੀ ਮੁੜੀਏ। ਕੁਝ ਸਿੰਘਾਂ ਵਾਲਾ ਫਿਰ ਕੰਮ ਕਰ ਹੀ ਚੱਲੀਏ। ਉਹਨਾਂ ਗਲਵਾਲੀ ਦਰਵਾਜ਼ੇ ਦੇ ਬਾਹਰ ਜਾ ਕੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ, ਕਿਉਂਕਿ 50 ਸਿੰਘ ਉੱਥੇ ਪਹਿਲੋਂ ਖੜੇ ਸਨ ਤੇ ਜੈਕਾਰਾ ਛੱਡਿਆ ਉੱਥੇ ਜਾ ਕੇ। ਇਹ ਸੁਣ ਕੇ ਕਾਜੀ ਤੇ ਉਹਦਾ ਪੁੱਤਰ ਜਿਹੜਾ ਫੌਜ ਲਾ ਕੇ ਉਸ ਪਾਸੇ ਨੂੰ ਵਧੇ ਆ ਤੇ ਉਹ ਡੇਰਿਓਂ ਬਾਹਰ ਹੀ ਨਿਕਲੇ ਸਨ ਜਾਂ ਸਿੰਘਾਂ ਨੇ ਇੱਕਦਮ ਸ਼ੇਰਾਂ ਵਾਂਗੂ ਉਹਨਾਂ ਤੇ ਝਪਟ ਮਾਰੀ ਹੈ। ਤੇ ਥੋੜਾ ਚਿਰ ਜੰਗੀ ਲੜਾਈ ਹੋਈ ਆ। ਸ਼ਾਹੀ ਸੈਨਾ ਦੇ ਵਿੱਚੋਂ 200 ਦੇ ਲਗਭਗ ਸਿਪਾਹੀ ਫੱਟੜ ਹੋ ਗਏ ਤੇ ਮਾਰੇ ਗਏ ਤੇ ਮਰਨ ਵਾਲਿਆਂ ਦੇ ਵਿੱਚ ਕਾਜੀ ਅਬਦੁਲ ਰਹਿਮਾਨ ਤੇ ਉਹਦਾ ਪੁੱਤਰ ਵੀ ਦੋਵੇਂ ਸਨ। ਦੋਵੇਂ ਮਰ ਗਏ। ਜਿਹੜਾ ਕਾਜੀ ਕਹਿੰਦਾ ਸੀ ਨਾ ਜੇ ਸਿੰਘ ਹੋਣਗੇ ਤੇ ਆਣ ਕੇ ਇਸ਼ਨਾਨ ਕਰਕੇ ਵਿਖਾਉਣ ਮੈਨੂੰ, ਉਹ ਸਿੰਘਾਂ ਨੇ ਫਿਰ ਉਹਨੂੰ ਵੀ ਪਾਰ ਬੁਲਾਤਾ, ਉਹ ਵੀ ਉੱਥੇ ਹੀ ਮਾਰਿਆ ਗਿਆ। ਚਾਨਣ ਹੋਣ ਤੋਂ ਪਹਿਲਾਂ ਸਿੰਘ ਭੱਜ ਕੇ ਫਿਰ ਜੰਗਲਾਂ ਦੇ ਵਿੱਚ ਜਾ ਵੜਿਆ। ਇਹ ਖਬਰ ਲਾਹੌਰ ਦੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਪਤਾ ਲੱਗੀ ਹੈ। ਉਹਨੇ ਗਸ਼ਤੀ ਫੌਜ ਦੀ ਗਿਣਤੀ ਵਧਾ ਦਿੱਤੀ ਤੇ ਉਹਦੇ ਅਫਸਰਾਂ ਨੇ ਆਪਣੇ ਅਫਸਰਾਂ ਨੂੰ ਉਹਨੇ ਸਖਤੀ ਦੇ ਨਾਲ ਹੁਕਮ ਦੇ ਦਿੱਤੇ ਆ। ਤੇ ਫਿਰ ਸਿੰਘ ਜਿਹੜੇ ਸੀ ਆਪਣੇ ਸਮੇਂ ਨੂੰ ਵਿਚਾਰ ਕੇ ਮਾਲਵੇ ਵੱਲ ਨੂੰ ਚਲੇ ਗਏ। ਲੁੱਟ ਮਾਰ ਕਰਦੇ ਹੋਏ ਕੁਝ ਸਿੰਘ ਜਿਹੜੇ ਹਿਸਾਰ ਵੱਲ ਪਹੁੰਚ ਗਏ ਆ। ਪਿੱਛੋਂ ਮਾਝੇ ਤੇ ਰਿਆਲਕੀ ਦੇ ਵਿੱਚ ਗਸ਼ਤੀ ਫੌਜਾਂ ਨੇ ਸਿੱਖਾਂ ਦੇ ਸਾਕ ਸੰਬੰਧੀਆਂ ਨੂੰ ਬੁਰੀ ਤਰ੍ਹਾਂ ਲੱਟਣਾ ਸ਼ੁਰੂ ਕਰ ਦਿੱਤਾ। ਇਹ ਘਟਨਾਵਾਂ ਜਿਹੜੀਆਂ ਹਨ ਇਹ ਸਾਧ ਸੰਗਤ 1737 ਈਸਵੀ ਦੀਆਂ ਹਨ। ਇਹ ਸਾਰੀਆਂ ਘਟਨਾਵਾਂ ਫਿਰ ਸਰੋਵਰ ਦੀ ਬੇਅਦਬੀ ਕੀਤੀ ਆ। ਦੀਵਾਨ ਲਖਪਤ ਰਾਏ ਨੂੰ ਸੂਬੇਦਾਰ ਬਣਾ ਕੇ ਅੰਮ੍ਰਿਤ ਸਰੋਵਰ ਦਾ ਪ੍ਰਬੰਧ ਜਿਹੜਾ ਕਰਨ ਵਾਸਤੇ ਭੇਜਿਆ। ਉਹਨੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਮਿੱਟੀ ਸੁਟਵਾ ਦਿੱਤੀ ਹੈ ਲਖਪਤ ਰਾਏ ਨੇ ਤੇ ਪੂਰੇ ਦਾ ਪੂਰਾ ਜਿਹੜਾ ਸਰੋਵਰ ਹੈ ਉਹਨੂੰ ਪੂਰ ਦਿੱਤਾ ਤੇ ਉੱਥੋਂ ਦਾ ਜਿਹੜਾ ਅਫਸਰ ਸੀ ਕਾਜੀ ਅਬਦੁਲ ਰਜ਼ਾਕ, ਉਹਨੂੰ ਉੱਥੋਂ ਦਾ ਅਫਸਰ ਥਾਪ ਦਿੱਤਾ। ਇੰਨੀਆਂ ਗੜਬੜਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਦੇ ਵਿੱਚ ਹੀ ਟਿਕੇ ਰਹੇ ਸੀ, ਕਿਉਂਕਿ ਭਾਈ ਮਨੀ ਸਿੰਘ ਜੀ ਨਿਰਮਲੇ ਸੰਤਾਂ ਦੇ ਭੇਸ਼ ਦੇ ਵਿੱਚ ਰਹਿੰਦੇ ਸੀ ਤੇ ਅਸਲ ਵਿੱਚ ਨਿਰਮਲੇ ਸੰਤਾਂ ਦੀ ਜਿਹੜੀ ਪ੍ਰਣਾਲੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਕਸਾਲੀ ਅਰਥ ਜਿਹੜੇ ਸਨ ਉਹ ਭਾਈ ਮਨੀ ਸਿੰਘ ਜੀ ਤੋਂ ਹੀ ਸਨ ਚੱਲੇ। ਤੇ ਭਾਈ ਮਨੀ ਸਿੰਘ ਜੀ ਸਾਰੇ ਕੱਪੜੇ ਕਸ਼ਹਿਰਾ ਚੋਗਾ ਤੇ ਦਸਤਾਰ ਸਫੇਦ ਹੀ ਪਹਿਨਿਆ ਕਰਦੇ ਸੀ। ਉਹਨਾਂ ਦੀ ਸਫੇਦ ਤੇ ਸਿੱਧੀ ਦਸਤਾਰ ਤੋਂ ਮੁਸਲਮਾਨਾਂ ਨੂੰ ਕਈ ਵਾਰੀ ਭੁਲੇਖਾ ਲੱਗਦਾ ਸੀ, ਕਿਉਂਕਿ ਉਹ ਫੌਜੀ ਸਿੰਘ ਨੋਕਦਾਰ ਨੀਲੀ ਦਸਤਾਰ ਪਹਿਨਦੇ ਸਨ
ਤੇ ਭਾਈ ਸਾਹਿਬ ਜਦੋਂ ਚਿੱਟੇ ਵਸਤਰ ਪਹਿਨਦੇ ਸਨ, ਉਹਨਾਂ ਨੂੰ ਲੱਗਦਾ ਸੀ ਕਿ ਕੋਈ ਹਿੰਦੂ ਸਿੱਖ ਸੰਤ ਆ, ਮੁਸਲਮਾਨ ਫਕੀਰ ਆ, ਇਸ ਕਰਕੇ ਉਹ ਭਾਈ ਮਨੀ ਸਿੰਘ ਜੀ ਨੂੰ ਜ਼ਿਆਦਾ ਕੁਝ ਕਹਿੰਦੇ ਨਹੀਂ ਸਨ। ਤੇ ਭਾਈ ਮਨੀ ਸਿੰਘ ਜੀ ਆਪ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਥ ਸੰਗਤਾਂ ਨੂੰ ਸਮਝਾਉਂਦੇ ਰਹਿੰਦੇ ਸੀ। ਗੁਰੂ ਕੇ ਲੰਗਰ ਦਾ ਪ੍ਰਬੰਧ ਉਸ ਸਮੇਂ ਭਾਈ ਮਨੀ ਸਿੰਘ ਜਿਹੜੇ ਸਨ ਉਹ ਕਰਦੇ ਰਹਿੰਦੇ ਸੀ ਤੇ ਹਰ ਪ੍ਰਾਣੀ ਮਾਤਰ ਜਿਹੜਾ ਵੀ ਆਉਂਦਾ ਉਹਨੂੰ ਜਲ ਪਾਣੀ ਛਕਾਉਂਦੇ। ਇਹਨਾਂ ਕਾਰਨਾਂ ਕਰਕੇ ਹਾਕਮ ਭਾਈ ਮਨੀ ਸਿੰਘ ਜੀ ਨੂੰ ਸਾਂਝਾ ਫਕੀਰ ਸਮਝ ਕੇ ਕੁਛ ਵੀ ਨਹੀਂ ਸਨ ਕਹਿੰਦੇ। ਤੇ ਸਾਧ ਸੰਗਤ ਇਸ ਪ੍ਰਕਾਰ ਜਿਹੜੇ ਸਿੰਘ ਸਨ ਉਹ ਫੇਰ ਮਾਲਵੇ ਵੱਲ ਨੂੰ ਚਲੇ ਗਏ ਆ। ਉਸ ਤੋਂ ਬਾਅਦ ਫਿਰ ਅੱਗੇ ਕਿਵੇਂ ਹਾਲਾਤ ਬਣਦੇ ਆ, ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਕਿਵੇਂ ਹੁੰਦੀ ਆ, ਉਹ ਆਪਾਂ ਆਉਣ ਵਾਲੇ ਦਿਨਾਂ 'ਚ ਵਿਚਾਰਾਂਗੇ। ਸੋ ਆਪ ਜੀ ਨੇ ਇਹ ਸਾਰਾ ਸਰਵਣ ਕੀਤਾ ਕਿਵੇਂ 1737 ਤੱਕ ਸਿੱਖਾਂ ਦੇ ਉੱਤੇ ਇਹ ਹਾਲਾਤ ਬਣੇ ਆ। ਅੰਮ੍ਰਿਤਸਰ ਸਰੋਵਰ ਨੂੰ ਪੂਰ ਦਿੱਤਾ ਗਿਆ ਹੈ। ਹੁਣ ਫੇਰ ਸਿੰਘ ਕਿਵੇਂ ਉੱਥੋਂ ਆਉਣਗੇ ਮਾਲਵੇ ਚੋਂ ਅੰਮ੍ਰਿਤਸਰ ਸਰੋਵਰ ਨੂੰ ਫੇਰ ਖਾਲੀ ਕਰਕੇ ਜਲ ਭਰਨਗੇ, ਇਸ਼ਨਾਨ ਕਰਨਗੇ ਆਦਿਕ। ਫੇਰ ਕਿਵੇਂ ਜਿਹੜਾ ਹੈ ਦੀਵਾਨ ਲਖਪਤ ਰਾਏ ਫੌਜ ਲੈ ਕੇ ਚੜ੍ਹਦਾ ਹੈ, ਕਿਵੇਂ ਫਿਰ ਸਿੰਘ ਜਿਹੜੇ ਆ ਉਹ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਉਹ ਆਪਾਂ ਆਉਣ ਵਾਲੇ ਦਿਨਾਂ 'ਚ ਵਿਚਾਰਾਂਗੇ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਜੀ ਨੇ ਹੁਣੇ ਸਰਵਣ ਕੀਤਾ ਕਿ ਕਿਸ ਪ੍ਰਕਾਰ ਬੁੱਢਾ ਦਲ ਤੇ ਤਰਨਾ ਦਲ ਦੇ ਦੋ ਜਥਿਆਂ ਦੇ ਅੰਦਰ ਜੋ ਤਰਨਾ ਦਲ ਦੇ 5 ਜਥੇ ਜਾਂ ਸਨ, ਇਹਨਾਂ 6 ਜਥਿਆਂ ਦੀ ਕਹਿ ਲਈਏ ਪੂਰੀ ਕਾਰਵਾਈ ਕੀ ਸੀ, ਕਿਸ ਪ੍ਰਕਾਰ ਇਹਨਾਂ ਨੇ ਆਪਣਾ ਜਿਹੜਾ ਸੀ ਇਹ ਸਿਸਟਮ ਚਲਾਇਆ ਸਾਰਾ, ਇਹ ਆਪ ਜੀ ਨੇ ਅੱਜ ਇਸ ਕਲਾਸ ਦੇ ਅੰਦਰ ਸਰਵਣ ਕੀਤਾ ਹੈ। ਸੋ ਹੁਣ ਇੱਥੇ ਹੀ ਸਾਧ ਸੰਗਤ ਸਮਾਪਤੀ ਹੈ। ਬਾਕੀ ਆਪਾਂ ਜੋ ਅਗਲੀਆਂ ਕਲਾਸਾਂ ਦੇ ਵਿੱਚ ਵਿਚਾਰਾਂਗੇ ਭਾਈ ਮਨੀ ਸਿੰਘ ਜੀ ਸ਼ਹਾਦਤ ਹੋਣੀ ਹੈ, ਕਿਵੇਂ ਅੱਗੇ ਅੱਗੇ ਇਤਿਹਾਸ ਚੱਲਣਾ ਹੈ। ਸੋ ਇੰਨੀਆਂ ਕੁ ਬੇਨਤੀਆਂ ਆਪ ਸਰਬੱਤ ਸੰਗਤ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਇੱਥੇ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।